ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ। ਉਤੰਗੀ ਪਹਿਰੀ ਗਹਿਰੀ ਗੰਭੀਰੀ ਸਸੁੜ ਸੁਹੀਆ ਕਿਮ ਕਰੀ ਨਿਵਣ ਨਾ ਜਾਏ ਥਣੀ ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲਰੀ ਸੇ ਭੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲਰੀ ਸੇ ਭੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਵੇਂ ਕਿ ਆਪਾਂ ਜਪ ਬਾਣੀ ਦੀ ਵਿਚਾਰ, ਆਸਾ ਕੀ ਵਾਰ ਦੀ ਬਾਣੀ ਦੀ ਵਿਚਾਰ, 12ਵਾਂ ਬਾਣੀ ਦੀ ਵਿਚਾਰ, ਬਸੰਤ ਕੀ ਵਾਰ, ਰਾਮਕਲੀ ਕੀ ਵਾਰ ਭਾਈ ਸੱਤਾ ਬਲਵੰਡ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਅਤੇ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕੁਝ ਚੋਣਵੇਂ ਸ਼ਬਦਾਂ ਦੀ ਵਿਆਖਿਆ ਆਪਾਂ ਰਲ ਮਿਲ ਕੇ ਸਾਂਝੀ ਕੀਤੀ ਹੈ। ਉਸੇ ਲੜੀ ਦੇ ਤਹਿਤ ਅੱਜ ਆਪਾਂ ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਵਿਚਾਰ ਆਰੰਭ ਕਰਨ ਜਾ ਰਹੇ ਹਾਂ। ਜਦੋਂ ਆਪਾਂ ਆਰੰਭ ਵਿੱਚ ਪਾਠ ਕੀਤਾ ਹੈ, ਇਹਦਾ ਸਿਰਲੇਖ ਆਇਆ ਸ਼ਲੋਕ ਵਾਰਾਂ ਤੇ ਵਧੀਕ। ਹੁਣ ਜਿਹੜੇ ਸਰੋਤੇ ਨਿਰੰਤਰ ਗੁਰਬਾਣੀ ਦਾ ਸਹਿਜ ਪਾਠ ਕਰਦੇ ਨੇ ਅਤੇ ਪਾਠ ਕਰਦਿਆਂ ਨਾਲ ਉਹ ਅਰਥ ਬੋਧ ਵੀ ਰੱਖਦੇ ਨੇ ਵੀ ਸਤਿਗੁਰੂ ਜੀ ਨੇ ਬਾਣੀ ਨੂੰ ਕਿੰਨੇ ਸੋਹਣੇ ਤਰੀਕੇ ਨਾਲ ਤਰਤੀਬ ਦਿੱਤੀ ਹੈ, ਉਹਨਾਂ ਨੂੰ ਇਹ ਵਿਸ਼ੇ ਸਮਝਣੇ ਬਹੁਤ ਸੌਖੇ ਨੇ, ਬਹੁਤਿਆਂ ਨੂੰ ਪਤਾ ਵੀ ਹੈ। ਪਰ ਆਪਾਂ ਕੋਸ਼ਿਸ਼ ਕਰੀਏ ਸਾਰੇ ਹੀ, ਜਦੋਂ ਸਿੱਖ ਹਾਂ ਅਤੇ ਸਿੱਖ ਦਾ ਅਰਥ ਹੀ ਅਸੀਂ ਸਿੱਖਣਾ ਹੈ, ਸਟੂਡੈਂਟ ਬਣਨਾ ਹੈ, ਗੁਰੂ ਦੇ ਕੋਲੋਂ ਅਸੀਂ ਗਿਆਨ ਬੋਧ ਪ੍ਰਾਪਤ ਕਰਨਾ ਹੈ, ਤਾਂ ਕਿ ਸਾਨੂੰ ਆਪਣੇ ਗੁਰੂ ਦੀ ਸਿੱਖਿਆ ਬਾਰੇ, ਗੁਰੂ ਦੇ ਉਪਦੇਸ਼ ਬਾਰੇ ਪਤਾ ਲੱਗ ਸਕੇ ਅਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਉਸ ਉਪਦੇਸ਼ ਨੂੰ ਕਮਾ ਸਕੀਏ। ਤੋ ਸਾਧ ਸੰਗਤ, ਜਿਵੇਂ ਆਪਾਂ ਇੱਥੇ ਸ਼ਲੋਕ ਵਾਰਾਂ ਤੇ ਵਧੀਕ ਬਾਣੀ ਆਰੰਭ ਕਰਨ ਜਾ ਰਹੇ ਹਾਂ, ਹੁਣ ਜਿਨ੍ਹਾਂ ਨੇ ਤੁਹਾਡੇ ਵਿੱਚੋਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ, ਜਿਵੇਂ ਆਪਾਂ ਪਹਿਲਾਂ ਵੀ ਵਾਰਾਂ ਦੇ ਆਰੰਭ ਵਿੱਚ ਭੂਮਿਕਾ ਵਿੱਚ ਇਹ ਵਿਚਾਰਾਂ ਸਾਂਝੀਆਂ ਕਰ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 22 ਵਾਰਾਂ ਨੇ। 22 ਵਾਰਾਂ ਵਿੱਚੋਂ 2 ਵਾਰਾਂ ਐਸੀਆਂ ਨੇ ਜਿਹੜੀਆਂ ਸਿਰਫ ਪੌੜੀਆਂ ਨੇ। ਇੱਕ ਭਾਈ ਬਲਵੰਡ ਭਾਈ ਸੱਤਾ ਜੀ ਕੀ ਵਾਰ ਜਿਹੜੀ ਰਾਮਕਲੀ ਰਾਗ ਅੰਦਰ ਹੈ, ਉਹਦੇ ਵਿੱਚ ਸਿਰਫ 8 ਪੌੜੀਆਂ ਨੇ, 3 ਭਾਈ ਬਲਵੰਡ ਜੀ ਦੀਆਂ ਅਤੇ 5 ਭਾਈ ਸੱਤਾ ਜੀ ਦੀਆਂ। ਇੱਕ ਬਸੰਤ ਕੀ ਵਾਰ ਬਸੰਤ ਰਾਗ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਹੈ, ਜਿਸ ਦੀਆਂ ਸਿਰਫ ਕੇਵਲ 3 ਪੌੜੀਆਂ ਨੇ, ਜਿਨ੍ਹਾਂ ਦੀ ਆਪਾਂ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਹੁਣ ਇਹਨਾਂ ਵਿੱਚ ਕੋਈ ਸ਼ਲੋਕ ਨਹੀਂ ਹੈ। ਬਾਕੀ ਜਿਹੜੀਆਂ 20 ਵਾਰਾਂ ਨੇ ਉਹਨਾਂ ਵਿੱਚ ਪੌੜੀਆਂ ਨਾਲ ਸ਼ਲੋਕ ਆਏ ਨੇ। ਹੁਣ ਤੁਸੀਂ ਨੋਟ ਕੀਤਾ ਹੋਵੇਗਾ, ਜਿਹੜੇ ਬਾਣੀ ਸਮਝ ਕੇ ਪੜ੍ਹਨ ਵਾਲੇ ਸਰੋਤੇ ਨੇ, ਕਿ ਜਦੋਂ ਵਾਰ ਸਮਾਪਤ ਹੁੰਦੀ ਹੈ, ਉਹਦੇ ਅਖੀਰ 'ਤੇ, ਜਦੋਂ ਵਾਰਾਂ ਦੀ ਸਮਾਪਤੀ ਹੁੰਦੀ ਹੈ, ਅਖੀਰ 'ਤੇ ਸ਼ੁੱਧ ਸ਼ਬਦ ਆਉਂਦਾ ਹੈ। ਇਹ ਸ਼ੁੱਧ ਸ਼ਬਦ 16 ਵਾਰਾਂ ਦੇ ਅਖੀਰ ਵਿੱਚ ਆਉਂਦਾ ਹੈ, 16 ਵਾਰਾਂ ਦੇ ਅਖੀਰ ਵਿੱਚ। ਬਾਕੀ ਜਿਹੜੀਆਂ 16 ਵਾਰਾਂ ਤੋਂ ਬਿਨਾਂ ਜਿਹੜੀਆਂ ਬਾਕੀ 6 ਵਾਰਾਂ ਦੇ ਲਗਭਗ ਵੱਜ ਜਾਂਦੀਆਂ ਨੇ, ਉਹਨਾਂ ਵਾਰਾਂ ਦੇ ਪਿੱਛੇ ਇਹ ਸ਼ੁੱਧ ਸ਼ਬਦ ਨਹੀਂ ਆਉਂਦਾ। ਇੱਕ ਵਾਰ ਦੇ ਪਿੱਛੇ ਆਉਂਦਾ ਹੈ ਸ਼ੁੱਧ ਕੀਚੈ, ਉਹ ਗੌੜੀ ਕੀ ਵਾਰ ਹੈ। ਹੁਣ ਇਹ ਉਹਨਾਂ ਸਰੋਤਿਆਂ ਵਾਸਤੇ ਹੈ ਕਿ ਜਿਹੜੇ, ਕਿਉਂਕਿ ਇਹ ਜਿਹੜਾ ਸ਼ੁੱਧ ਸ਼ਬਦ ਬਾਣੀ ਵਾਰ ਤੋਂ ਅਖੀਰ 'ਤੇ ਲਿਖਿਆ ਹੈ, ਇਹ ਭਾਈ ਗੁਰਦਾਸ ਜੀ ਵਾਸਤੇ ਹਦਾਇਤਾਂ ਸਨ। ਜਦੋਂ, ਕਿਉਂਕਿ ਜਿਹੜੀ ਪੌੜੀ ਹੈ, ਇਹ ਵੇਖ ਲਓ ਵੀ ਇਹ ਪੌੜੀ ਦੇ ਨਾਲ ਸ਼ਲੋਕ ਵੀ ਠੀਕ ਨਾਲ ਅੰਕਿਤ ਕੀਤੇ ਹੋਏ ਨੇ, ਅਤੇ ਜਿਹੜੀ ਵਾਰ ਗੌੜੀ ਕਿ ਉਹਦੇ ਲਿਖਿਆ ਸ਼ੁੱਧ ਕੀਚੈ,
ਕਿਉਂਕਿ ਉਸ ਵਾਰ ਦੇ ਵਿੱਚ ਜਿੰਨੇ ਸ਼ਲੋਕ ਨੇ ਉਹ ਵੀ ਗੁਰੂ ਪੰਜਵੇਂ ਪਾਤਸ਼ਾਹ ਜੀ ਦੇ। ਗੌੜੀ ਕੀ ਵਾਰ ਜਿਹੜੀ ਗੁਰੂ ਪੰਜਵੇਂ ਪਾਤਸ਼ਾਹ ਦੀ, ਉਹਦੇ ਵਿੱਚ ਜਿੰਨੇ ਸ਼ਲੋਕ ਨੇ ਉਹ ਵੀ ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਨੇ, ਤੇ ਪੌੜੀਆਂ ਤੇ ਉਹਨਾਂ ਦੀਆਂ ਆਪਣੀਆਂ ਹੈ ਹੀ ਹੈ। ਉੱਥੇ ਸ਼ੁੱਧ ਕੀਚੇ ਸ਼ਬਦ ਲਿਖੇ ਹੈ ਵੀ ਇਹ ਮੁਕੰਮਲ ਹੈ। ਹੁਣ 17 ਹੋ ਗਈਆਂ, 16 ਦੇ ਪਿੱਛੇ ਸ਼ੁੱਧ ਲਿਖਿਆ ਹੈ, 17ਵੀਂ ਦੇ ਪਿੱਛੇ ਸ਼ੁੱਧ ਕੀਚੇ ਲਿਖਿਆ ਹੈ, ਪਿੱਛੇ ਬਚ ਗਈਆਂ 5 ਵਾਰਾਂ ਜਿਹੜੀਆਂ ਉਹਨਾਂ ਦੇ ਪਿੱਛੇ ਇਹ ਸ਼ੁੱਧ ਸ਼ਬਦ ਨਹੀਂ ਲਿਖਿਆ ਹੋਇਆ। ਹੁਣ 20 ਵਾਰਾਂ ਦੇ ਨਾਲ ਸ਼ਲੋਕ ਆ ਗਏ, 2 ਵਾਰਾਂ ਸ਼ਲੋਕਾਂ ਤੋਂ ਬਿਨਾਂ ਨੇ। ਸ਼ਲੋਕ ਹਮੇਸ਼ਾ ਵਾਰਾਂ ਵਿੱਚ ਆਏ ਨੇ। ਜਿਹੜੇ ਸ਼ਲੋਕ ਇਹਨਾਂ ਵਾਰਾਂ ਤੋਂ ਵੱਧ ਗਏ ਉਹਦਾ ਫਿਰ ਇੱਕ ਵੱਖਰਾ ਨਾਮ ਬਾਣੀ ਦੇ ਦਿੱਤਾ ਗਿਆ, ਸ਼ਲੋਕ ਵਾਰਾਂ ਤੇ ਵਧੀਕ। ਇਹ ਸ਼ਲੋਕ ਵਾਰਾਂ ਤੇ ਵਧੀਕ ਗੁਰੂ ਗ੍ਰੰਥ ਸਾਹਿਬ ਜੀ ਦੇ 1410 ਨੰਬਰ ਅੰਕ ਤੋਂ ਆਰੰਭ ਹੁੰਦੇ ਨੇ। ਜਦੋਂ ਪਟਾਂ ਦੇ ਸਵਈਏ ਸਮਾਪਤ ਹੋ ਜਾਂਦੇ ਨੇ ਉਸ ਤੋਂ ਬਾਅਦ ਸ਼ਲੋਕ ਵਾਰਾਂ ਤੇ ਵਧੀਕ ਜਿਹੜੇ ਆਰੰਭ ਹੁੰਦੇ ਨੇ। ਜਦੋਂ ਪਟਾਂ ਦੇ ਸਵਈਏ ਮੁਕੰਮਲ ਹੋ ਜਾਂਦੇ ਨੇ, ਕੰਪਲੀਟ ਹੋ ਜਾਂਦੇ ਨੇ, ਉਸ ਤੋਂ ਬਾਅਦ ਸ਼ਲੋਕ ਵਾਰਾਂ ਤੇ ਵਧੀਕ ਜਿਹੜੇ ਆ ਉਹ ਆਰੰਭ ਹੋ ਜਾਂਦੇ ਨੇ। ਸਭ ਤੋਂ ਪਹਿਲਾਂ ਸ਼ਲੋਕ ਜਿਹੜੇ ਆ ਉਹ ਗੁਰੂ ਨਾਨਕ ਸਾਹਿਬ ਜੀ ਦੇ ਇੱਥੇ ਅੰਕਿਤ ਕੀਤੇ ਹੋਏ ਨੇ। ਫਿਰ ਉਸ ਤੋਂ ਬਾਅਦ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ, ਇੱਦਾਂ ਹੀ। ਤਾਂ ਜਦੋਂ ਅਸੀਂ ਬੜੇ ਧਿਆਨ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਤਰਤੀਬ ਨਾਲ ਪੜ੍ਹਦੇ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਧਿਆਨ ਨਾਲ ਜਦੋਂ ਤੁਸੀਂ ਪੜ੍ਹੋਗੇ ਸਮਝ ਆ ਜਾਏਗੀ ਕਿ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਜਿੰਨੀਆਂ ਵੀ ਉਹਨਾਂ ਦੀਆਂ ਵਾਰਾਂ ਨੇ ਉਹ ਸਿਰਫ ਪਹਿਲਾਂ ਪੌੜੀਆਂ ਸਨ। ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ, ਇਹਨਾਂ ਤਿੰਨਾਂ ਗੁਰੂ ਵਿਅਕਤੀਆਂ ਦੀਆਂ ਜਿੰਨੀਆਂ ਵੀ ਵਾਰਾਂ ਸਨ। ਹੁਣ ਤੁਸੀਂ ਕਈਆਂ ਨੇ ਸਵਾਲ ਕਰਨਾ ਵੀ ਗੁਰੂ ਅੰਗਦ ਸਾਹਿਬ ਦਾ ਨਾਂ ਕਿਉਂ ਨਹੀਂ ਲਿਆ? ਕਿਉਂਕਿ ਗੁਰੂ ਅੰਗਦ ਸਾਹਿਬ ਦੇ ਸਿਰਫ ਸ਼ਲੋਕ ਨੇ। ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ, ਇਹਨਾਂ ਤਿੰਨਾਂ ਗੁਰੂ ਪਾਤਸ਼ਾਹ ਜੀ ਦੀਆਂ ਜਿਹੜੀਆਂ ਹੈਗੀਆਂ ਨੇ ਵਾਰਾਂ, ਇਹ ਸਿਰਫ ਪੌੜੀਆਂ ਸਨ। ਇਹਨਾਂ ਪੌੜੀਆਂ ਦੇ ਨਾਲ ਫਿਰ ਬਾਅਦ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਸ਼ਲੋਕ ਜਿਹੜੇ ਅੰਕਿਤ ਕੀਤੇ ਹੋਏ ਨੇ। ਇਹੋ ਹੀ ਤੇ ਗੁਰੂ ਪਾਤਸ਼ਾਹ ਦੀ ਕਲਾ ਸੀ ਵੀ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਕੱਲੀ ਕੱਲੀ ਪੌੜੀ ਨਾਲ ਕਿਤੇ 2 ਸ਼ਲੋਕ, ਕਿਤੇ 3 ਸ਼ਲੋਕ ਇੱਕ ਥਾਂ ਤੇ ਅੰਕਿਤ ਕੀਤੇ ਹੋਏ ਨੇ। ਫਿਰ ਇਹਨਾਂ ਜਿਹੜੇ ਪੌੜੀਆਂ ਤੋਂ ਸ਼ਲੋਕ ਵੱਧ ਗਏ, ਵਾਰਾਂ ਤੋਂ ਵੱਧ ਗਏ, ਉਹਨਾਂ ਦਾ ਨਾਮ ਪਿੱਛੇ ਜਾ ਕੇ ਇੱਕ ਥਾਂ ਤੇ ਲਿਖ ਦਿੱਤਾ, ਸ਼ਲੋਕ ਵਾਰਾਂ ਤੇ ਵਧੀਕ। ਤੋ ਖੈਰ, ਇਹ ਤਾਂ ਸੀ ਇਸ ਬਾਣੀ ਦੀ ਆਰੰਭਤਾ ਬਾਰੇ ਕੁਝ ਸੰਖੇਪ ਵਿਚਾਰ, ਤਾਂ ਕਿ ਸਰੋਤਿਆਂ ਨੂੰ ਇਸ ਬਾਣੀ ਬਾਰੇ ਇਹ ਸਮਝਣਾ ਸੌਖਾ ਲੱਗ ਸਕੇ। ਤੋ ਸਾਧ ਸੰਗਤ, ਸਭ ਤੋਂ ਪਹਿਲਾਂ ਇੱਥੇ ਮੂਲ ਮੰਤਰ ਆਇਆ, ਮੁਕੰਮਲ ਮੂਲ ਮੰਤਰ, ਜਿਹੜਾ ਜਪ ਬਾਣੀ ਦੇ ਆਰੰਭ ਵਿੱਚ ਵੀ ਆਇਆ। ਇਹ ਇਸ ਸਰੂਪ ਵਿੱਚ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ 'ਚ 33 ਵਾਰ ਆਇਆ ਹੈ। ਜਿਹੜਾ ਆਪਾਂ ਸਰੂਪ ਹੁਣ ਪੜ੍ਹਿਆ, ਇਹ ਸਰੂਪ ਜਿਹੜਾ ਮੁਕੰਮਲ ਜਪ ਬਾਣੀ ਦੇ ਆਰੰਭ ਵਿੱਚ ਆਇਆ ਹੈ, ਇਹ ਸਰੂਪ ਗੁਰੂ ਗ੍ਰੰਥ ਸਾਹਿਬ 'ਚ 33 ਵਾਰ ਆਇਆ ਹੈ। ਵੈਸੇ 567 ਵਾਰ ਆਉਂਦਾ ਇੱਕ ਓਂਕਾਰ, ਪਰ 4 ਸਰੂਪਾਂ 'ਚ ਵੱਖਰੇ ਵੱਖਰੇ ਸਰੂਪ ਨੇ, ਪਰ ਇਸ ਸਰੂਪ 'ਚ 33 ਵਾਰ ਆਇਆ। ਸਭ ਤੋਂ ਪਹਿਲਾਂ ਆਪਾਂ ਸੰਖੇਪ ਸ਼ਬਦਾਂ ਵਿੱਚ ਮੂਲ ਮੰਤਰ ਦੇ ਅਰਥ ਇੱਕ, ਪਰਮੇਸ਼ਰ ਇੱਕ ਹੈ, ਓੰਕਾਰ, ਉਹ ਇੱਕ ਰਸ ਵਿਆਪਕ ਹੈ, ਹੈਗਾ ਇੱਕ ਹੈ, ਪਰ ਉਹ ਇੱਕ ਹੋਣ ਦੇ ਬਾਵਜੂਦ ਸਰਬ ਵਿਆਪਕ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮੈਂ ਕਹਿੰਦਾ ਜਿੰਨੀ ਵਧੀਆ ਵਿਆਖਿਆ ਸਤਿਗੁਰ ਨੇ ਉਸ ਪਰਮੇਸ਼ਰ ਦੀ ਕੀਤੀ ਹੈ ਵੀ ਪਰਮੇਸ਼ਰ ਇੱਕ ਹੋਣ ਦੇ ਬਾਵਜੂਦ ਉਹ ਵਿਆਪਕ ਹੈ, ਸਰਬ ਵਿਆਪਕ ਹੈ। ਉਹ ਏਕ ਅਨੇਕ ਵਿਆਪਕ ਹੈ। ਜਤ ਦੇਖੋ ਤਤ ਸੋਈ ਹੈ, ਮਾਇਆ ਚਿੱਤਰ ਵਿਚਿੱਤਰ ਵਿਮੋਹਤ ਵਿਰਲਾ ਬੁਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇੱਕ ਹੈ ਪਰ ਉਹ ਸਰਬ ਵਿਆਪਕ ਹੈ, ਹਰ ਥਾਂ 'ਤੇ ਹੈ, ਹਰ ਸਮੇਂ 'ਤੇ ਹੈ, ਹਰ ਵਕਤ ਹੈ। ਜਲ ਥਲ ਮਹੀਲ ਪੂਰਿਆ ਰਵਿਆਂ ਵਿੱਚ ਵਣਾ। ਸਤ ਉਹਦਾ ਜਿਹੜਾ ਨਾਮ ਹੈ, ਉਹਦੀ ਜਿਹੜੀ ਹਸਤੀ ਹੈ ਉਹ ਸਦੀਵ ਰਹਿਣ ਵਾਲੀ ਹੈ। ਸਤਨਾਮ ਭਾਵ ਉਹ ਹਮੇਸ਼ਾ ਰਹਿਣ ਵਾਲਾ ਹੈ, ਹਰ ਵਕਤ ਹੈ। ਉਹਦਾ ਜਿਹੜਾ ਨਾਮ ਹੈ, ਜਿਹੜੀ ਉਹਦੀ ਹਸਤੀ ਹੈ, ਉਹ ਸਦੀਵ ਰਹਿਣ ਵਾਲੀ ਹੈ, ਮਤਲਬ ਹਰ ਵਕਤ ਉਹ ਮੁਕੰਮਲ ਹੈ ਪਰਮੇਸ਼ਰ। ਤੋ ਕਿੰਨੇ ਪਿਆਰੇ ਸ਼ਬਦ ਇੱਥੇ ਵਰਤੇ ਨੇ। ਕਹਿਣ ਲੱਗੇ ਕਰਤਾ ਉਹ ਸਭ ਕੁਝ ਬਣਾਉਣ ਵਾਲਾ ਹੈ। ਵੈਸੇ ਜਿਵੇਂ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਵੀ ਕਰਤਾ, ਹਰ ਇੱਕ ਵਸਤੂ ਦਾ ਕੋਈ ਨਾ ਕੋਈ ਕਰਤਾ ਹੈ। ਜਿਹਨੇ ਵੀ ਜਿਹੜੀ ਵਸਤੂ ਬਣਾਈ ਉਹਦਾ ਕਰਤਾ ਹੈ, ਪਰ ਉਹ ਪੁਰਖ ਨਹੀਂ ਹੈ। ਉਹ ਬਣਾ ਕੇ ਉਸ ਵਸਤੂ ਦੇ ਵਿੱਚ ਥੋੜ੍ਹਾ ਬੈਠਾ ਹੈ। ਕਿੰਨੀਆਂ ਕੰਪਨੀਆਂ ਜਿਹਨਾਂ ਮੋਬਾਈਲ ਬਣਾਏ ਨੇ, ਕਿੰਨੀਆਂ ਕੰਪਨੀਆਂ ਜਿਹਨਾਂ ਗੱਡੀਆਂ ਬਣਾਈਆਂ ਨੇ, ਕਿੰਨੀਆਂ ਕੰਪਨੀਆਂ ਜਿਹਨਾਂ LED LCD TV ਲੈਪਟਾਪ ਕਿੰਨਾ ਕੁਝ ਬਣਾਇਆ ਹੈ, ਪਰ ਉਹਨਾਂ ਨੂੰ ਇਹ ਥੋੜ੍ਹਾ ਪਤਾ ਵੀ ਸਾਡੇ ਹੱਥ ਦੀਆਂ ਬਣੀਆਂ, ਸਾਡੀ ਕੰਪਨੀ 'ਚ ਬਣੀਆਂ ਹੋਈਆਂ ਇਹ ਚੀਜ਼ਾਂ ਕਿੰਨੀਆਂ ਠੀਕ ਨੇ, ਕਿੰਨੀਆਂ ਖਰਾਬ ਹੋ ਗਈਆਂ ਨੇ, ਕਿੰਨੀਆਂ ਡੈਮੇਜ ਹੋ ਚੁੱਕੀਆਂ ਨੇ। ਉਹਨਾਂ ਨੂੰ ਇੰਨੀ ਨੌਲੇਜ, ਕਿਉਂਕਿ ਕਿੱਥੇ ਕਿੱਥੇ ਕਿਸ ਦੇਸ਼ 'ਚ ਪਹੁੰਚ ਚੁੱਕੀ ਹੈ ਉਹਨਾਂ ਦੀ ਬਣਾਈ ਹੋਈ ਵਸਤੂ ਜਿਹੜੀ ਹੈ। ਕਰਤਾ ਨਹੀਂ ਪਰ ਪੁਰਖ ਨਹੀਂ। ਪਰਮੇਸ਼ਰ ਕਰਤਾ ਵੀ ਹੈ ਅਤੇ ਪੁਰਖ ਵੀ ਹੈ। ਉਹ ਬਣਾ ਕੇ ਵਿੱਚ ਬੈਠਾ ਹੈ। ਉਹਨੂੰ ਅੰਤਰਜਾਮੀ ਤਾਂ ਹੀ ਕਹਿੰਦੇ ਨੇ। ਉਹਦੀ ਨਿਗਾਹ ਤੋਂ ਕੋਈ ਬਾਹਰ ਨਹੀਂ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ
कोई। बस जिहड़ा उहदे हुक्म नूं समझ लैंदा तुरदा है वो सौखा रहिंदा। पुरख व्यापक निरभउ वो भय तो रहत है, क्योंकि भय वास्ते दूजा चाहिए। जो डर हुंदा ना, हमेशा डर वास्ते दूजी हस्ती चाहिए है कोई, भी उह तों डरदा। जिवें आपां एक देश ने दूजे देश तो डर वास्ते आर्मी रखी है, भी डर है ना भी उसों काहदे वास्ते बंदा हाथ 'ਚ सोटा कदे रखदा, कहंदा भी कोई दूजा हैगा। जदों है ही कल्ला उहनूं डर काहदा, वो है ही निरभउ। निरभउ क्यों है? क्योंकि वो कल्ला है, एक है। डर वास्ते दूजी हस्ती चाहिए है कोई। निरवैर तो वैर वास्ते भी दूजा चाहिए। वैर भी दूजा होएगा तो वैर करांगा मैं। जदों है ही एक है तो ਉਹਦਾ ਵੈਰ ਕਿਹਦੇ ਨਾਲ ਹੋਏਗਾ? ਹੁਣ ਇਹ ਸਾਰੇ ਗੁਣ ਜਿਹੜੇ ਮੂਲ ਮੰਤਰ 'ਚ ਦੱਸੇ ਨੇ, ਇਹ ਸਿੱਖ ਨੇ ਆਪਣੇ ਜੀਵਨ 'ਚੋਂ ਪ੍ਰਗਟ ਕਰਨੇ ਸੀ। ਨਿਰਵੈਰ ਅਕਾਲ ਮੂਰਤ, ਉਹਦੀ ਜਿਹੜੀ ਮੂਰਤ ਹੈ ਉਹ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਆਪਣੀਆਂ ਜਿਹੜੀਆਂ ਮੂਰਤਾਂ ਨੇ ਸਮੇਂ ਦੇ ਪ੍ਰਭਾਵ ਅਧੀਨ ਆ। ਬਚਪਨ ਵੀ ਆਉਂਦਾ ਹੈ, ਜਵਾਨੀ ਵੀ ਆਉਂਦੀ ਹੈ ਅਤੇ ਬੁਢੇਪਾ ਵੀ ਆਉਂਦਾ ਹੈ। ਅਸੀਂ ਸਮੇਂ ਨਾਲ ਬਦਲਦੇ ਹਾਂ। ਉਹ ਅਕਾਲ ਮੂਰਤ ਹੈ, ਉਹ ਸਮਾਂ ਉਹਦੇ 'ਤੇ ਨਹੀਂ, ਕਿਉਂਕਿ ਉਹ ਨਾ ਮਰੇ ਨਾ ਹੋਵੇ ਸੋਗ ਹੈ। देंदा रहे ना चूकै भोग, है पी होसी जाए ना जासी रचना जिन रचाई। जाए मीनिंग जमना, जदों ਉਹਦਾ जन्म ही नहीं होया तो जाएगा कितों? इस करके अकाल मूर्त है। अजूनी वो जूना तो रहत है। सो मुख जलो जित कै ठाकुर जूनी, वो मूँह सड़ जिहड़ा कहंदा भी परमेश्वर जूना च अजूनी है। वो जूना तो रहत है, जमण मर तो रहत है। सहभंग ਉਹਦਾ प्रकाश अपने आप तो है, ਉਹਨੂੰ ਕਿਸੇ ने नहीं बनाया। नानक भंडे बाहर एको सच्चा सोए। ਇੱਥੇ ਨਰ ਮਾਦੇ ਦੁਆਰਾ ਸੰਸਾਰ ਤੇ ਪ੍ਰਕਿਰਤੀ ਹੋਂਦ ਵਿੱਚ ਆਉਂਦੀ ਹੈ, ਭਾਵੇਂ ਉਹ ਪਸ਼ੂ ਪੰਛੀ ਹੈ। ਈਵਨ ਇੱਥੋਂ ਤੱਕ ਮੇਲ ਫੀਮੇਲ, ਭਾਵੇਂ ਕੋਈ ਸਬਜ਼ੀਆਂ ਨੇ, ਫਲ ਫਰੂਟ ਹੈ, ਕੋਈ ਵੀ ਹੈ, ਉਹਨਾਂ 'ਚ ਮੇਲ ਫੀਮੇਲ ਹੈ। ਪਸ਼ੂ ਪੰਛੀ ਹੈ, ਨਰ ਮਾਦਾ ਜਿਹਦੀ ਆਪਾਂ ਗੱਲ ਕਰਦੇ ਹਾਂ। ਪਰ ਪਰਮੇਸ਼ਰ ਆਪਣੇ ਆਪ ਤੋਂ ਸਹਿਭੰਗ, ਆਪਣੇ ਆਪ ਤੋਂ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਵੱਖਰੀ ਗੱਲ ਹੈ ਅੱਜ ਲੋਕਾਂ ਰੱਬ ਬਣਾ ਧਰੇ, ਅੱਜ ਮੂਰਤੀਆਂ ਸਥਾਪਿਤ ਕਰਤੀਆਂ, ਜੋ ਫੋਟੋਆਂ ਸਥਾਪਿਤ ਕਰ ਦਿੱਤੀਆਂ, ਅੱਜ ਬੜਾ ਕੁਝ ਸਥਾਪਿਤ ਕਰਤਾ ਗਿਆ। ਇੱਥੇ ਬੜਾ ਕੁਝ ਹੋਇਆ। ਇੱਥੇ ਬੰਦਿਆਂ ਨੂੰ ਭਗਵਾਨ ਕਹਿ ਕੇ ਪੂਜਿਆ ਗਿਆ, ਪਰ ਕਿਤੇ ਵੀ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਰੱਬ ਨਹੀਂ ਆਖਿਆ। ਆਹ ਧਿਆਨ ਰੱਖਣਾ। ਹਾਂ, ਰੱਬੀ ਗੁਣ, ਰੱਬੀ ਰੂਪ, ਇਹ ਸ਼ਬਦ ਬਾਣੀ 'ਚ ਆਏ ਨੇ। ਜਿਵੇਂ ਆਪਾਂ ਕਿਸੇ ਨਾਲ ਕਹਿੰਦੇ ਇਹ ਬਿਲਕੁਲ ਉਹੋ ਜਿਹਾ ਹੀ ਲੱਗਦਾ ਹੈ, ਪਰ ਉਹ ਹੋਣਾ ਵੱਖਰੀ ਗੱਲ ਹੈ। ਉਹ ਤਾਂ ਨਹੀਂ ਕਹਿੰਦੇ ਉਹੋ ਜਿਹਾ ਹੀ ਹੈ, ਉਹੋ ਹੀ ਗੁਣ ਹੈ, ਉਹੋ ਹੀ ਕੁਆਲਿਟੀ ਹੈ, ਉਹਦੇ ਵਰਗਾ ਹੀ ਲੱਗਦਾ ਹੈ। ਤੋ ਇੱਥੇ ਵੀ ਬੜਾ, ਹੁਣ ਜਿਵੇਂ ਆਪਾਂ ਜਦੋਂ ਰਾਮਕਲੀ ਕੀ ਵਾਰ ਦੀ ਵਿਚਾਰ ਕੀਤੀ ਸੀ ਵੀ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਪਾਰ ਬ੍ਰਹਮ ਕਰ, ਰੱਬ ਨਹੀਂ, ਪਾਰ ਬ੍ਰਹਮ ਕਰ ਨਮਸਕਾਰਿਆ। ਰੱਬ ਦਾ ਰੂਪ ਜਾਣ ਕੇ ਨਮਸਕਾਰ ਕੀਤੀ ਹੈ, ਰੱਬੀ ਗੁਣ ਜ਼ਿੰਦਗੀ 'ਚ ਵੇਖ ਕੇ ਨਮਸਕਾਰ ਕੀਤੀ ਹੈ। ਤੋ ਇਹ ਵਿਸ਼ੇ ਬਾਣੀ ਦੀ ਵਿਚਾਰ ਵਾਲੇ ਸੀ। ਜਦੋਂ ਵਿਚਾਰਾਂਗੇ ਇਹਨਾਂ ਵਿਸ਼ਿਆਂ ਨੂੰ ਸਾਨੂੰ ਕਲੀਅਰ ਹੋ ਜਾਏਗਾ, ਗੱਲ ਪਕੜ ਵਿੱਚ ਆ ਜਾਏਗੀ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ। ਗੁਰ ਪ੍ਰਸਾਦ, ਤੇ ਫਿਰ ਐਸਾ ਪਰਮੇਸ਼ਰ ਗੁਰ ਦੇ ਨਾਲ, ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਵਿਚਾਰ ਨਾਲ ਪ੍ਰਾਪਤ ਹੁੰਦਾ ਹੈ, ਭਾਵ ਉਹਦੀ ਸਮਝ ਆਉਂਦੀ ਹੈ। ਹੁਣ ਇਹ ਜਿੰਨੇ ਗੁਣ ਦੱਸੇ ਨੇ ਸਿੱਖ ਨੇ ਆਪਣੇ ਜੀਵਨ 'ਚੋਂ ਪ੍ਰਗਟ ਕਰਨੇ। ਹਰ ਇੱਕ ਦੇ ਅੰਦਰ ਇਹ ਗੁਣ ਹੈਗੇ ਨੇ। ਇਹਨਾਂ ਗੁਣਾਂ ਨੂੰ ਪ੍ਰਗਟ ਕਰਨਾ ਹੀ ਉਹਦਾ ਮਿਲਾਪ ਹੈ। ਇਹਨਾਂ ਗੁਣਾਂ ਨੂੰ ਪ੍ਰਗਟ ਕਰਕੇ ਇਹਨਾਂ ਗੁਣਾਂ ਮੁਤਾਬਕ ਜ਼ਿੰਦਗੀ ਜੂਣੀ, ਉਹਦਾ ਮਿਲਾਪ ਹਾਸਲ ਕਰਨਾ। ਅੱਗੇ ਆ ਗਿਆ ਸ਼ਲੋਕ ਵਾਰਾਂ ਤੇ ਵਧੀਕ। ਇਹ ਬਾਣੀ ਦਾ ਨਾਮ ਹੈ। ਮਹੱਲਾ ਪਹਿਲਾ, ਮਹਲ ਦਾ ਅਰਥ ਸਰੀਰ, ਪਹਿਲਾ ਦਾ ਅਰਥ ਹੈ ਪਹਿਲੇ ਸਰੀਰ ਦੁਆਰਾ ਉਚਾਰਨ ਕੀਤਾ ਹੋਇਆ ਇਹ ਉਪਦੇਸ਼ ਹੈ। ਹੁਣ ਸ਼ਲੋਕ ਸ਼ੁਰੂ ਹੁੰਦਾ ਹੈ, ਉਤੰਗੀ ਪਹਿਰੀ ਗਹਿਰੀ ਗੰਭੀਰੀ, ਸਸੁੜ ਸੁਹੀਆ ਕਿਵ ਕਰੀ ਨਿਵਣ ਨਾ ਜਾਏ ਥਣੀ, ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ, ਸੇ ਭੀ ਢੈਂਦੇ ਡਿੱਠ ਮੈਂ ਮੁੰਦ ਨਗਰ ਵਥਣੀ। ਹੁਣ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਕਿਉਂਕਿ ਜਦੋਂ ਬਾਣੀ ਰਚੀ ਹੈ ਨਾ, ਵੇਖੋ ਬਹੁਤ ਸੋਹਣੇ ਤਰੀਕੇ ਨਾਲ ਗੁਰਦੇਵ ਨੇ ਉਸ ਪਰਮੇਸ਼ਰ ਨੂੰ ਕੰਤ ਅਤੇ ਸੰਸਾਰ ਦੇ ਜਿੰਨੇ ਵੀ ਜੀਵ ਨੇ, ਭਾਵੇਂ ਨਾਰ ਹੈ ਅਤੇ ਮਾਦਾ, ਉਹਨਾਂ ਨੂੰ ਇਸਤਰੀ ਦੇ ਰੂਪ 'ਚ ਪੇਸ਼ ਕੀਤਾ। ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਅਤੇ ਬਾਣੀ ਵਿੱਚ ਜਦੋਂ ਉਹਦੇ ਮਿਲਾਪ ਦੀ ਗੱਲ ਆਈ, ਉਦੋਂ ਸੁਹਾਗਣ ਸ਼ਬਦ ਵਰਤੇ, ਜਿਹੜਾ ਉਹਦੇ ਹੁਕਮ 'ਚ ਤੁਰਦਾ। ਸੁਹਾਗਣ ਹੈ ਧਨ ਸੁਹਾਗਣ ਜੋ ਪ੍ਰਭੂ ਪਛਾਨੇ, ਮਾਨੇ ਹੁਕਮ ਤਜੇ ਬਿਮਾਨੇ, ਪ੍ਰੇ ਸਿਉ ਰਾਤੀ ਰਲੀਆਂ ਮਾਨੇ, ਸੁਣ ਸਖੀਏ ਪ੍ਰਭ ਮਿਲ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੁਕਾਨੀ, ਸਖੀ ਸਹੇਲੀ ਕੋ ਸਮਝਾਵੇ। ਬਹੁਤ ਵਾਰੀ ਬਾਣੀ 'ਚ ਇੱਦਾਂ ਦੋ ਪਾਤਰ ਘੜ ਲਏ ਗੁਰੂ ਸਾਹਿਬ ਜੀ ਨੇ। ਇੱਕ ਜੀਵ ਇਸਤਰੀ ਹੁਕਮ 'ਚ ਤੁਰਨ ਵਾਲੀ ਹੈ, ਜਾਨੀ ਕਿ ਸੁਹਾਗਣ ਹੈ। ਦੂਜੀ ਦੁਹਾਗਣ ਸੁਹਾਗਣ ਨੂੰ ਪੁੱਛਦੀ ਹੈ, ਭੈਣੇ ਤੂੰ ਕਿੱਦਾਂ ਇਸ ਰਸਤੇ ਤੁਰੀ, ਤੈਨੂੰ ਕਿੱਦਾਂ ਕੰਤ ਦਾ ਮਿਲਾਪ ਹਾਸਲ ਹੋਇਆ। ਇੱਥੇ ਗੁਰਦੇਵ ਜੀ ਨੇ ਇੱਕ ਦੋ ਸਹੇਲੀਆਂ ਨੂੰ ਇੱਦਾਂ ਪਾਤਰ ਦੇ ਰੂਪ 'ਚ ਘੜਿਆ ਹੈ। ਹੁਣ ਬਹੁਤ ਪਿਆਰੇ ਤਰੀਕੇ ਨਾਲ ਗੱਲ ਇੱਥੇ ਗੱਲ ਹੋ ਰਹੀ ਹੈ
ਹੰਕਾਰ ਦੀ। ਇਸ ਸ਼ਲੋਕ ਦਾ ਜੇ ਆਪਾਂ ਮੁੱਢ ਵੇਖਣਾ ਹੋਵੇ, ਇਸ ਸ਼ਲੋਕ ਦਾ ਸਾਰੰਸ਼ ਵੇਖਣਾ ਹੋਵੇ ਕਿ ਜੋਬਨ ਦਾ ਹੰਕਾਰ, ਇੱਕ ਹੁੰਦਾ ਜਵਾਨੀ ਤਾਂ ਸਾਰਿਆਂ ਤੇ ਆਉਂਦੀ ਹੈ, ਪਰ ਜਵਾਨੀ ਦਾ ਹੰਕਾਰ ਕਰਨਾ ਇੱਕ ਖਤਰਨਾਕ ਚੀਜ਼ ਹੈ। ਜੋਬਨ ਤੇ ਆਉਂਦਾ ਹੈ, ਪਰ ਜੋਬਨ ਦਾ ਹੰਕਾਰ ਕਰ ਲੈਣਾ ਇਹ ਜੋਬਨ ਸਦਾ ਟਿਕਣ ਵਾਲੀ ਚੀਜ਼ ਹੈ ਭਲਾ। ਹੁਣ ਗੁਰਦੇਵ ਨੇ ਬਾਣੀ 'ਚ ਇਹ ਪੱਖ ਬੜੇ ਸੋਹਣੇ ਤਰੀਕੇ ਨਾਲ ਪੇਸ਼ ਕੀਤਾ। ਹੁਣ ਇੱਥੇ ਜਿਹੜਾ ਰੂਪ ਖਿੱਚਿਆ ਨਾ, ਨਕਸ਼ਾ ਖਿੱਚਿਆ ਵੀ ਇੱਕ ਬਹੁਤ ਸੋਹਣੇ ਉੱਚੇ ਲੰਬੇ ਕੱਦ ਵਾਲੀ, ਬਹੁਤ ਸੋਹਣੇ ਉਤੰਗੀ ਉੱਚੇ ਲੰਬੇ ਕੱਦ ਵਾਲੀ ਐ ਜੋਬਨ ਭਰਿਆ ਜੇ ਤੇ ਜਵਾਨੀ ਭਰੀ ਹੈ, ਬਹੁਤ ਜੋਬਨ ਦੇ ਨਾਲ ਨੱਕੋ ਨੱਕ ਭਰੀ ਹੋਈ ਜੀਵ ਇਸਤਰੀ ਇੱਕ ਸਹੇਲੀ ਦੂਜੀ ਸਹੇਲੀ ਨੂੰ ਕਹਿੰਦੀ ਆ, ਸੱਸੁੜ ਸੂਈਆ ਕਿਵੇਂ ਕਰੀ, ਸੱਸੁੜ ਦਾ ਮੈਨੂੰ ਸੱਸ, ਮੈਂ ਆਪਣੀ ਸੱਸ ਅੱਗੇ ਕਿੱਦਾਂ ਝੁਕਾਂ, ਨਿਮਣ ਨਾ ਜਾਏ ਥਣੀ। ਥਣੀ ਦਾ ਅਰਥ ਕੀ ਹੈ? ਮੇਰੀ ਜਵਾਨੀ, ਮੇਰਾ ਜੋਬਨ ਮੈਨੂੰ ਆਪਣੀ ਸੱਸ ਅੱਗੇ ਝੁਕਣ ਨਹੀਂ ਦਿੰਦਾ। ਹੁਣ ਧਿਆਨ ਨਾਲ ਸੁਣ, ਇਹ ਪ੍ਰਤੀਕ ਹੈ, ਇੱਕ ਬਹੁਤ ਸੋਹਣੇ ਤਰੀਕੇ ਨਾਲ ਵਿਅੰਗ ਕੱਸਿਆ ਗੁਰਦੇਵ ਜੀ ਨੇ ਵੀ ਇੱਕ ਸਹੇਲੀ ਆਪਣੀ ਦੂਜੀ ਸਹੇਲੀ ਨੂੰ ਕਹਿੰਦੀ ਆ ਵੀ ਜਿਹੜੀ ਜੋਬਨ ਨਾਲ ਨੱਕਾਂ ਨੱਕ ਭਰੀ ਪਈ ਹੈ, ਕਹਿੰਦੀ ਮੈਂ ਸੱਸੁੜ ਸੂਈਆ ਕਿਵੇਂ ਕਰੀ, ਮੈਂ ਆਪਣੀ ਸੱਸ ਦੇ ਅੱਗੇ ਸੂਈਆ ਨਮਸਕਾਰ ਕਿੱਦਾਂ ਕਰਾਂ, ਸਿਰ ਕਿੱਦਾਂ ਝੁਕਾਵਾਂ, ਨਿਮਣ ਨਾ ਜਾਏ ਥਣੀ। ਸੂਈਆ ਦਾ ਅਰਥ ਹੈ ਨਮਸਕਾਰ ਕਰਨਾ, ਵੀ ਮੈਂ ਉਹਦੀ ਗਾੜੀ ਨਮਸਕਾਰ ਕਿੱਦਾਂ ਕਰਾਂ, ਮੈਂ ਕਿੱਦਾਂ ਉਹਦੇ ਗਾੜੀ ਆਪਣਾ ਸਿਰ ਝੁਕਾਵਾਂ, ਮੇਰਾ ਜੋਬਨ, ਮੇਰੀ ਜਵਾਨੀ। ਪਰ ਉਹਨੂੰ ਇਹ ਚੇਤਾ ਭੁੱਲ ਗਿਆ ਕਿ ਜਿਹੜੀ ਸੱਸ ਅੱਗੇ ਅੱਜ ਮੈਂ ਝੁਕਣਾ, ਕਦੀ ਇਹ ਵੀ ਨੂੰਹ ਸੀ। ਜੇ ਅੱਜ ਉਹਦੇ ਕੋਲੋਂ ਮੰਜੇ ਤੇ ਨਹੀਂ ਉੱਠਿਆ ਜਾ ਰਿਹਾ ਤੇ ਕੀ ਮੇਰੇ ਤੋਂ ਕੱਲ੍ਹ ਨੂੰ ਉੱਠਿਆ ਜਾਏਗਾ, ਮੇਰੇ ਤੇ ਦਿਨ ਸਦਾ ਰਹਿਣਗੇ। ਹੁਣ ਇਹ ਗੱਲ ਇੱਕ ਭਾਵੇਂ ਦੁਨਿਆਵੀ ਹੈ, ਤੁਸੀਂ ਗੁਰਬਾਣੀ ਨੂੰ ਜਦੋਂ ਸਮਝ ਕੇ ਸਮਾਜ ਦੇ ਉੱਤੇ ਲਾ ਕੇ ਵੇਖੋਗੇ ਨਾ, ਵੈਸੇ ਤਾਂ ਬਾਣੀ ਹੈ ਹੀ ਸਮਾਜ ਦੀ ਗੱਲ ਕਰਦੀ ਹੈ, ਸੋਹਣੇ ਸਮਾਜ ਨੂੰ ਸਿਰਜਣ ਦੀ ਗੱਲ ਕਰਦੀ ਹੈ। ਹੁਣ ਇਹ ਇਕੱਲਾ ਹੰਕਾਰ ਇੱਕ ਔਰਤ ਨੂੰ ਹੀ ਥੋੜ੍ਹਾ, ਮਰਦ ਨੂੰ ਨਹੀਂ ਹੈਗਾ, ਕਿਉਂਕਿ ਗੱਲ ਇੱਥੇ ਨਰ ਮਾਦਾ ਦੋਵਾਂ ਦੀ ਹੋ ਰਹੀ ਹੈ। ਕਈ ਵਾਰੀ ਆਪਾਂ ਜਿਹੜੀ ਵਿਆਹੀ ਆਈ ਉਹਦੇ ਤੋਂ ਉਮੀਦ ਲਾਉਂਦੇ ਵੀ ਉਹ ਮੇਰੇ ਮਾਂ-ਬਾਪ ਦਾ ਪੂਰਨ ਸਤਿਕਾਰ ਕਰੇ, ਪਰ ਜਦੋਂ ਉਹਦੇ ਮਾਂ-ਬਾਪ ਆਉਣੇ ਨੱਕ ਬੁੱਲ ਵੱਟਣੇ, ਇਹ ਘਰਾਂ 'ਚ ਬੜੀ ਪ੍ਰੋਬਲਮ ਹੈ। ਜਾਂ ਔਰਤ ਇੱਦਾਂ ਕਰਦੀ ਹੈ, ਉਹ ਕਹਿੰਦੀ ਵੀ ਮੇਰਾ ਜਦੋਂ ਮੰਮੀ ਡੈਡੀ ਆਵੇ ਤੇ ਮੇਰਾ ਹਸਬੈਂਡ ਜਿਹੜਾ ਉਹ ਮੰਮੀ ਜੀ ਡੈਡੀ ਜੀ ਕਰੇ ਤੇ ਮੈਂ ਆਪਣੀ ਸੱਸ ਨੂੰ ਟੇਚ ਨਾ ਜਾਣਾ। ਇਹੋ ਜਿਹੀ ਵੀ ਸਮੱਸਿਆ ਹੈਗੀ ਹੈ ਜਿੱਥੇ ਜਿਹੜੀ ਔਰਤ ਹੈ ਉਹ ਆਪਣੇ ਸੱਸ ਸਹੁਰੇ ਨੂੰ ਪਾਣੀ ਨਹੀਂ ਪੁੱਛਦੀ, ਤੇ ਜਦੋਂ ਉਹਦਾ ਮੰਮੀ ਡੈਡੀ ਆਉਂਦਾ ਹੈ ਉਦੋਂ ਉਹਦੇ ਵਿੱਚ ਪਤਾ ਨਹੀਂ ਕਿੱਥੋਂ ਐਨਰਜੀ ਆ ਜਾਂਦੀ, ਤਰ੍ਹਾਂ ਤਰ੍ਹਾਂ ਦੇ ਖਾਣੇ ਵੀ ਬਣ ਜਾਂਦੇ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਵੀ ਬਣ ਜਾਂਦੇ ਨੇ। ਉਹ ਵੀ ਵਹਿੰਦਾ ਵੀ ਅੱਜ ਤੇ ਇਹਨੂੰ ਕਿਸੇ ਨੌਕਰ ਦੀ ਵੀ ਲੋੜ ਨਹੀਂ ਹੈਗੀ। ਅੱਜ ਤੇ ਇੱਕ ਵਾਰ ਵੀ ਨਹੀਂ ਕਿਹਾ ਵੀ ਕਿਸੇ ਰੈਸਟੋਰੈਂਟ ਤੋਂ ਖਾਣਾ ਮੰਗਾ ਲਾ, ਅੱਜ ਤੇ ਕਈ ਤਰ੍ਹਾਂ ਦੇ ਪਕਵਾਨ ਬਣਾਤੇ। ਜਦੋਂ ਮੇਰਾ ਮਾਂ-ਬਾਪ ਕਿਤੇ ਆ ਜਾਏ ਭੁੱਲ ਭੁਲੇਖੇ ਤੇ ਇਹ ਤੇ ਪਹਿਲਾਂ ਬਿਮਾਰ ਪੈ ਜਾਂਦੀ। ਇਹੋ ਇਹ ਸਮੱਸਿਆਵਾਂ ਨੇ ਬੜੀਆਂ ਵੱਡੀਆਂ। ਹੁਣ ਜੋਬਨ ਦਾ ਹੰਕਾਰ ਇਹ ਕੱਲੀ ਔਰਤ ਦੀ ਗੱਲ ਨਾ ਸਮਝ ਲਓ, ਕੱਲੀ ਔਰਤ ਤੇ ਹੈ। ਹੁਣ ਇੱਕ ਜੀਵ ਇਸਤਰੀ ਦੇ ਰੂਪ 'ਚ ਪੇਸ਼ ਕੀਤਾ ਵੀ ਇੱਕ ਜੋਬਨ ਭਰੀ ਔਰਤ, ਜਵਾਨੀ ਭਰੀ ਔਰਤ ਇਹ ਗੱਲ ਕਹਿੰਦੀ ਹੈ, ਮੈਂ ਆਪਣੀ ਸੱਸ ਨੂੰ ਕਿੱਦਾਂ ਨਮਸਕਾਰ ਕਰਾਂ, ਨਿਮਣ ਨਾ ਜਾਏ ਥਣੀ। ਮੇਰਾ ਜਿਹੜਾ ਜੋਬਨ ਹੈ, ਮੇਰੀ ਜਿਹੜੀ ਜਵਾਨੀ ਹੈ, ਮੈਨੂੰ ਸੱਸ ਅੱਗੇ ਝੁਕਣ ਨਹੀਂ ਦਿੰਦੀ। ਤਾਂ ਅੱਗੇ ਉਹਨੇ ਜਵਾਬ ਬੜਾ ਪਿਆਰਾ ਦਿੱਤਾ, ਉਹ ਕਹਿੰਦੀ ਮੇਰੀ ਇਹ ਭੈਣੇ ਗੱਲ ਸੁਣ ਧਿਆਨ ਨਾਲ। ਹੁਣ ਇਹ ਗੁਰਦੇਵ ਨੇ ਉਪਦੇਸ਼ ਕਿਹੜਾ ਪਿਆਰਾ ਦਿੱਤਾ ਇਸ ਗੱਲ ਨੂੰ ਲਿਖ ਕੇ, ਕਹਿਣ ਲੱਗੇ ਗੱਚ ਜੇ ਲੱਗਾ ਗਿੜਵੜੀ। ਹੁਣ ਗੱਚ ਦਾ ਅਰਥ ਕੀ ਇੱਥੇ? ਗੱਚ ਦਾ ਅਰਥ ਹੈ ਚੂਨਾ। ਤੁਸੀਂ ਚੂਨਾ ਵੇਖਿਆ? ਜਦੋਂ ਆਪਾਂ ਘਰ ਬਣਾਉਂਦੇ ਹਾਂ, ਜਿਹਨੂੰ ਆਪਾਂ ਅੱਜ ਦੇ ਸਮੇਂ 'ਚ ਅਜੋਕੇ ਸਮੇਂ ਸੀਮੈਂਟ ਕਹਿ ਲਈਏ, ਜਦੋਂ ਆਪਾਂ ਘਰ ਬਣਾਉਂਦੇ ਆਪਾਂ ਨਹੀਂ ਕਹਿੰਦੇ 3 ਇੱਕ ਦਾ ਲਾ, 2 ਇੱਕ ਦਾ ਲਾ, ਇੱਡਾ ਪੱਕਾ ਸੀਮੈਂਟ ਲਾ ਦੇ ਵੀ ਕਈ ਵਾਰੀ ਆਪਾਂ ਦਾਦਿਆਂ ਪੜਦਾਦਿਆਂ ਵੇਲੇ ਦੇ ਬਣੀਆਂ ਬਿਲਡਿੰਗਾਂ ਜਦੋਂ ਤੋੜਦੇ ਆਪਾਂ ਨਹੀਂ ਕਹਿੰਦੇ ਕਿੰਨਾ ਜ਼ੋਰ ਲੱਗਦਾ ਜੀ, ਕਿੰਨੀਆਂ ਚੌੜੀਆਂ, ਕਿੰਨੇ ਜ਼ੋਰ ਨਾਲ ਉਹਨਾਂ ਨੇ ਕੰਧਾਂ ਬਣਾਈਆਂ, ਕਿੰਨਾ ਹੱਥੀਂ ਪੀਸ ਕੇ ਉਹਨਾਂ ਚੂਨਾ ਲਾਇਆ। ਅਜੋਕੇ ਸਮੇਂ 'ਚ ਵੀ ਬੰਦਾ ਜਦੋਂ ਘਰ ਬਣਾਉਂਦਾ ਕਿੱਦਾਂ ਸਰੀਆ ਸੀਮੈਂਟ ਉਹਦੇ ਨੀਹਾਂ 'ਚ ਪਾਉਂਦਾ। ਤੇ ਦੂਜੀ ਭੈਣ ਉਹਨੂੰ ਕਹਿੰਦੀ ਹੈ, ਮੇਰੀ ਭੈਣੇ ਗੱਲ ਧਿਆਨ ਨਾਲ ਸੁਣ, ਤੂੰ ਜਿਹੜੀ ਜਵਾਨੀ ਦਾ ਮਾਣ ਕਰਦੀ ਹੈ ਨਾ, ਗੱਚ ਚੂਨੇ ਦਾ ਪਲਸਤਰ, ਗੱਚ ਲੱਗਾ ਗਿੜਵੜੀ। ਪਹਾੜਾਂ ਵਰਗੇ ਪੱਕੇ ਮਹੱਲ, ਪਹਾੜ ਪੱਕਾ ਹੁੰਦਾ ਨਾ, ਜਿਵੇਂ ਪਹਾੜ ਨੂੰ ਤੋੜਨਾ ਸੌਖਾ, ਪਹਾੜਾਂ ਵਰਗੇ ਪੱਕੇ ਮਹੱਲ ਜਿਹੜੇ ਸੀ, ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ। ਪਹਾੜਾਂ ਵਰਗੇ ਜਿਹੜੇ ਪੱਕੇ ਮਹੱਲ ਸੀ ਨਾ, 6 ਫੀਟ ਇੰਦੇ ਡਿੱਠ ਮੈਂ ਤਾਂ ਪੱਕੇ ਪਹਾੜਾਂ ਵਰਗੇ ਮਹੱਲ ਵੀ ਜ਼ਮੀਨ ਤੇ ਡਿੱਗਦੇ ਵੇਖਿਆ।
ਸੇ ਭੀ ਢਹਿੰਦੇ ਡਿੱਠ ਮੈਂ ਮੁੰਦ हे जोबन भरिए जीव इस्त्रीए मुंद ना गर्भ थणी। ये काहदा जवानी का हंकार करी फिरदी है। हुण ध्यान नाल सुनियो, बाणी विच बड़े प्यारे पक्ष पेश किए ने। माई माया छड़, गुरु पंजवें पातशाह जी कहते हैं माई हे मेरी माँ, माया के छड़ है, छड़ावा है, जिवें धोखा हुंदा छड़। माई माया छड़ यानी कि दिसदा कुछ है रा, जो है वो दिसदा नहीं, जो दिसदा वो हैगा नहीं। जिवें आपां किते फलाने बंदे ने मेरे नाल धोखा कर लिया, धोखा की हुंदा भला? जो हैगा सी वो दिसिया नहीं, जो दिसिया सी वो है नहीं सी। धोखा कित्थे आंदा बंदा? छल की हुंदा भला? जो सानूं रिश्तेदार दिसदे हुंदे नहीं, जो ट्रैवल एजेंट सानूं दिसदा वो वास्तव विच हुंदा नहीं, इदां ही धोखा खांदा बंदा। छल की भला? जो ट्रैवल एजेंट दिसदा जदों उन्होंने पहले दिन गल कीती हुंदी आ वो हुंदा नहीं है, जो हुंदा वो दिसदा नहीं है। रिश्तेदार लड़का लड़की सस सहुरे दोस्त मित्र जो दिसदे हुंदे नहीं, जो हुंदे वो दिसदे नहीं। छल है ना, इहनूं कहंदे ने असली रूप नहीं दिसिया सानूं। रूप खा के छेती गुम हो जाता, यानी कि रूप होर हैगा, दिसदा कुछ होर है, अंदरूनी होर है, बहरूनी होर है। कह लगे तृण की अगन, हुण ध्यान नाल सुनियो आ मेरी भैणे, आ तुहानूं दसां तृण की अगन। तृण कहंदे कक्खां नूं। कक्खां दी अग किन्नी कुर देर रहिंदी भला? अजे लकड़ां दी अग तो 2-4 कई वारी घंटे बल जाती है, कोलियां दी अग भी बल जाती। हुण कक्खां दी अग किन्नी कुर देर बलदी भला, जिन्हां ने कदी कख बाले होण? तृण की अगन। हुण कक्खां दी अग इदां बलदी, एक बार भंबाका जिहा निकलदा तो मुड़ के इंज लगदा जिवें इत्थे कदी अग बली नहीं। तृण की अगन मेघ की छाया, मेघ कहंदे बदल नूं, बदल दी छां। जदों बखा बदल आउंदे आ, एक बारी ऐन लगदा पूरे दिन वेले हनेरा पा दिंदा एक बारी बदल। जदों सूरज दे गाड़ी बदल आ जाण ना, तो जदों परछावां आउंदा, तुसीं वेखिआ दिन वेले तुहानूं कई वारी गड्डी ਦੀਆਂ लाइटां जगाउणीਆਂ पै ਜਾਂਦੀਆਂ, बदल इन्ना काला छा हो जांदा। ਜਦੋਂ दिन ਦੇ 12-1 ਵਜੇ 2 ਵਜੇ पर बदल आ गए एकदम सूरज ਦੇ ਅੱਗੇ, दिन वेले ही ਹਨੇਰਾ हो गया, ਲਾਈਟਾਂ ਜਗਾਉਣੀਆਂ ਪੈ ਗਈਆਂ, ਘਰਾਂ ਦੀਆਂ ਗੱਡੀਆਂ ਦੀਆਂ ਲਾਈਟਾਂ ऑन करनियां पै गईਆਂ। मेघ की छाया, बदल दा परछावां, छां किन्नी कुर देर? ज्यों ज्यों बदल तुर जाने सले सूरज का फेर चानण आ जाना। तृण की अगन मेघ की छाया, गोबिंद भजन बिन हड़का जल। हुण ध्यान नाल सुनियो, हड़का जल। हुण हड़ दा जल किन्नी कुर देर है? जिवें हड़ दा जल आउंदा, हड़ां दा पानी आउंदा एक बार चढ़दा है, पर सदा थोड़ा उत्थे रहिंदा है। हो सकदा 2 दिन रवे, 3 दिन रवे, 4 दिन रवे, इदां हुंदा। एक बारी चढ़दा, पर असली ओह रहना जिहड़ा पहिलां सी, रहना ओह जिहड़ा पहिलां सी। ये चढ़िया एक बार, कहंदे गोबिंद भजन बिन, आ है नुकता। जवानी आउणी माड़ी चीज़ थोड़ा, पर गोबिंद भजन बिन, जे गोबिंद दा भजन नहीं हैगा, रब दी याद है नहीं, ਉਹਦੀ विचार है नहीं, तो आ जो दिस रही है ना जवानी जिहड़ी तैनूं, ये तृण की अगन मेघ की छाया, गोबिंद भजन बिन हड़का जल, जिन्हों असीं सच मन के बैठे हैं। हुण जदों भगत कबीर जी के बचन पढ़ीए तो भगत कबीर जी कहते हैं, मन दस नाज टकाचर गांठी एंडो टेढ़ो जात। मन का अर्थ इत्थे मन है। कहा नार गर्भस थोड़ी बात, हे मनुख की थोड़ी जी गल ते हंकार करके बैठा। सब तो वेखो जो वकारां की गल होंदी ना, वकार एक इंसान च सारे हैगे आ। जिवें भगत रविदास जी ने कहा मृग मीन भृंग पतंग कुंचर एक दोख विनाश, इन्हों एक एक ऐब ने तबाह किया होया। पर पंच दोख असाध जामे तां की कीरत कस, पर बंदे च पंजे ही हैगे, इहदी की आस लाओगे तुसीं हुण? पर वेखो हैगे सारे ही आ, पर जदों गिणती की ना इदां, उदों इदां कहा हौमे रोग मानो को दीना। उदों मनुख च बाकी सारे हैगे, क्रोध भी हैगा, काम वासनावां भी हैगियां, लालच भी हैगा, पर सब तो पहला ईगो आ, हंकार। वो हंकार काहदा हो सकदा? जवानी का, पैसे का, सुंदरता का, जिन्ने मर्जी ला लो। हंकार के कई रूप ने। मेरे वर्गा लिखारी कोई नहीं, मेरे वर्गा बुलारा कोई नहीं, मेरे वर्गा प्रबंधक कोई नहीं, मेरे वर्गी पत्नी कोई नहीं, मेरे वर्गा पति कोई नहीं, मेरे वर्गी सियाणी कोई नहीं घर में चलाने वाली, मेरे वर्गा सियाणा कोई नहीं। हंकार कई किस्म के होंगे आ, हंकार कितने एक किस्म का थोड़ा होंदा, बड़े किस्म के हंकार। ईगो जिहड़ी इंसान नूं सीखण नहीं दिंदी। इंसान दी तरक्की च सब तो वड्डी रुकावट ईगो प्रॉब्लम है।
ਜਿਹੜੀ ਬੰਦੇ ਨੂੰ ਸਿੱਖਣ ਨਹੀਂ ਦਿੰਦੀ। ਹਉਮੈ ਰੋਗ ਮਾਨੁਖ ਕੋ ਦੀਨਾ। ਹੁਣ ਜਿਹੜਾ ਇੱਥੇ ਸ਼ਬਦ ਵਰਤੇ ਨਾ ਸੱਸੜ ਸੂਈਆਂ ਕਿਵੇਂ, ਕੱਲ੍ਹ ਨੂੰ ਕਿਸੇ ਨੇ ਸਵਾਲ ਕਰ ਦੇਣਾ, ਧਿਆਨ ਨਾਲ ਸੁਣਿਓ ਹੁਣ ਵੀ ਵੇਖੋ ਜੀ ਇੱਥੇ ਤਾਂ ਲਿਖਿਆ ਸੱਸੜ ਸੂਈਆ ਕਿਵੇਂ ਕਰੇ ਨਿਵਣ ਨਾ ਜਾਏ ਥਣੀ, ਤੇ ਫਿਰ ਇਹ ਤੇ ਸ਼ਬਦ ਉਹਨਾਂ ਤੇ ਢੁਕਦਾ ਜਿਨ੍ਹਾਂ ਦੀਆਂ ਸੱਸਾਂ ਹੈਗੀਆਂ। ਜਿਹੜੀ ਲੜਕੀ ਦੀ ਸੱਸ ਹੀ ਹੈ ਨਹੀਂ ਉਹ ਕਹੇਗੀ ਮੇਰੇ ਤੇ ਸ਼ਬਦ ਢੁਕਦਾ ਹੀ ਨਹੀਂ। ਧਿਆਨ ਨਾਲ ਸੁਣਿਓ। ਜਾਂ ਜਿਹੜੇ ਮਰਦ ਦੀ ਸੱਸ ਹੈ ਨਹੀਂ ਉਹ ਕਹੇਗਾ ਮੇਰੇ ਤੇ ਵੀ ਨਹੀਂ ਢੁਕਦੀ। ਪਰ ਧਿਆਨ ਨਾਲ ਸੁਣਿਓ, ਜਦੋਂ ਆਪਾਂ ਇੱਥੇ ਸੱਸ ਸ਼ਬਦ ਪੜ੍ਹਿਆ ਨਾ, ਇਹ ਤੋਂ ਇੱਕ ਵਿਅੰਗ ਕੱਸਿਆ ਜਿਹੜਾ ਬਾਹਰੀ ਤੌਰ 'ਤੇ। ਮੈਨੂੰ ਅੱਜ ਵੀ ਯਾਦ, ਇੱਕ ਵਾਰ ਜਲੰਧਰ ਇੱਦਾਂ ਕਥਾ ਕਰਨ ਮੈਂ ਗਿਆ, ਅਤੇ ਕਥਾ ਕਰਦਿਆਂ ਇੱਦਾਂ ਮੈਂ ਬੋਲਤਾ ਵੀ ਅੱਜ ਨੂੰਹ ਸੱਸ ਦੀ ਪ੍ਰੋਬਲਮ ਕੀ ਆ ਘਰਾਂ 'ਚ। ਇੱਦਾਂ ਮੈਂ ਸ਼ਬਦ ਬੋਲਤਾ, ਇਹ ਜਲੰਧਰ ਦੀ ਗੱਲ ਹੈ, ਜਲੰਧਰ ਸਿਟੀ ਦੀ ਗੱਲ ਹੈ। ਵੀ ਸ਼ਬਦ ਬਾਣੀ ਦੀ ਵਿਚਾਰ ਕਰਦਿਆਂ ਗੱਲ ਬੋਲਤੀ ਵੀ ਜੇ ਸੱਸ ਨੂੰਹ ਨੂੰ ਆਪਣੀ ਧੀ ਸਮਝ ਲਵੇ, ਅਤੇ ਜਿਹੜੀ ਨੂੰਹ ਆਈ ਹੈ ਉਹ ਆਪਣੀ ਸੱਸ ਨੂੰ ਮਾਂ ਸਮਝ ਲੇ, ਘਰਾਂ 'ਚ ਲੜਾਈਆਂ ਮੁੱਕ ਜਾਣਗੀਆਂ। ਉੱਥੇ 10-15 ਮਿੰਟ ਇਸ ਟੌਪਿਕ 'ਤੇ ਗੱਲ ਕੀਤੀ। ਮੇਰੇ ਬਾਹਰ ਨਿਕਲਦਿਆਂ ਦੀ ਗੱਲ ਹੈ, ਇੱਕ ਹਸਬੈਂਡ ਵਾਈਫ ਜਿੱਥੇ ਮੈਂ ਜੋੜਾ ਪਾ ਰਿਹਾ ਸੀ ਉੱਥੇ ਖਲੋਤੇ ਨੇ। ਵਾਹ ਜੀ ਵਾਹ, ਉਹ ਬੀਬੀ ਦਾ ਕਹਿਰ ਵੇਖਣ ਵਾਲਾ ਸੀ। ਮੈਨੂੰ ਕਹਿੰਦੀ ਤੁਸੀਂ ਹੁਣੇ ਲੈਕਚਰ ਕੀਤਾ ਅੰਦਰ? ਮੈਂ ਕਿਹਾ ਹਾਂਜੀ। ਤੁਸੀਂ ਸਾਰੀਆਂ ਮੱਤਾਂ ਹੀ ਨੂੰਹ ਨੂੰ ਦਿੱਤੀਆਂ ਨੇ, ਸਾਰੀ ਸਿੱਖਿਆ ਤੁਸੀਂ ਸੱਸਾਂ ਅਤੇ ਨੂੰਹ ਦੀ ਗੱਲ ਕੀਤੀ, ਸਹੁਰੇ ਦੀ ਅਤੇ ਜਵਾਈ ਦੀ ਗੱਲ ਹੀ ਨਹੀਂ ਕੀਤੀ। ਸਹੁਰੇ ਜਵਾਈ ਦੀ ਬਣਦੀ ਆ? ਮੈਨੂੰ ਉਹ ਬੀਬੀ ਇੱਦਾਂ ਕਵੇ। ਮੈਂ ਕਿਹਾ ਜੀ ਹੋ ਸਕਦਾ ਨਹੀਂ ਬਣਦੀ ਹੋਏਗੀ, ਫਿਰ ਤੁਸੀਂ ਸਹੁਰੇ ਜਵਾਈ ਦੀ ਕਿਉਂ ਨਹੀਂ ਕੀਤੀ ਗੱਲ? ਮੈਂ ਕਿਹਾ ਭੈਣ ਜੀ ਮੇਰੀ ਗੱਲ ਧਿਆਨ ਨਾਲ ਸੁਣੋ। ਹੁਣ ਤੁਸੀਂ ਮੇਰੇ ਉਹ ਅੰਦਰ ਦੇ ਲੈਕਚਰ ਕਰਨ ਤੋਂ ਅੰਦਾਜ਼ਾ ਤਾਂ ਲੱਗ ਗਿਆ ਸੀ ਵੀ ਜ਼ਖਮ ਕਿੱਥੇ ਹੈ ਜਿੱਥੇ ਨਮਕ ਲੱਗ ਗਿਆ। ਜਿਵੇਂ ਕਰੰਟ, ਤੁਸੀਂ ਵੇਖਿਆ ਨਾ ਕਰੰਟ, ਜਦੋਂ ਕਿਸੇ ਟੂਟੀ 'ਚ ਕਰੰਟ ਆਉਂਦਾ ਹੋਵੇ ਨਾ, ਤੁਸੀਂ ਆਪਣਾ ਹੱਥ ਥੱਲੇ ਕਰ ਦਿਓ ਪਾਣੀ ਦੇ, ਤੁਹਾਡੇ ਪੂਰੀ ਬੋਡੀ 'ਤੇ ਜਿੱਥੇ ਜ਼ਖਮ ਹੋਏਗਾ ਨਾ ਉੱਥੇ ਕਰੰਟ ਛੇਤੀ ਲੱਗੇਗਾ, ਧੁੰਦ ਨਹੀਂ ਜੀ ਆਏਗੀ ਤੁਹਾਨੂੰ। ਤੁਹਾਡੇ ਹੁਣ ਤੁਸੀਂ ਨਮਕ ਫੜ ਲਓ ਆਪਣੀ ਮੁੱਠੀ 'ਚ, ਪਰ ਤੁਹਾਡੀ ਪੂਰੀ ਬੋਡੀ ਜਿੱਥੇ ਜ਼ਖਮ ਹੋਏਗਾ ਉੱਥੇ ਨਮਕ ਛੇਤੀ ਲੱਗਣਾ। ਹੁਣ ਅੰਦਰ ਮੈਂ ਲੈਕਚਰ ਕੀਤਾ, ਸਾਰੀਆਂ ਬੀਬੀਆਂ ਸੁਣ ਰਹੀਆਂ, ਪਰ ਉਹ ਬੀਬੀ ਇਕੱਲੀ ਨੂੰ ਪ੍ਰੋਬਲਮ ਆਈ। ਉਹ ਤੋਂ ਸਮਝ ਆ ਗਿਆ ਕਿ ਇਹਦੀ ਆਪਣੀ ਸੱਸ ਨਾਲ ਬਣਦੀ ਨਹੀਂ। ਮੈਂ ਨਹੀਂ ਕਹਿੰਦਾ ਉਹ 'ਚ ਹੀ ਨੁਕਸ ਹੋਏਗਾ, ਸੱਸ 'ਚ ਵੀ ਹੋ ਸਕਦਾ, ਪਰ ਉਸ ਬੀਬੀ ਦਾ ਕਹਿਰ ਵੇਖਣ ਵਾਲਾ ਸੀ। ਹਸਬੈਂਡ ਲਾਗੇ ਬੈਠਾ, ਅਲੱਗ ਖਲੋਤਾ ਉਹਦੇ, ਉਹ ਬੀਬੀ ਬੋਲੀ ਗਈ ਤੁਸੀਂ ਸਹੁਰੇ ਜਵਾਈ ਦੀ ਗੱਲ ਨਹੀਂ ਕੀਤੀ। ਮੈਂ ਕਿਹਾ ਭੈਣ ਜੀ ਕਿਉਂ ਕਰਨੀ ਸੀ, ਲੋੜ ਪੈਣ 'ਤੇ ਕਰੀ ਦੀ, ਪਰ ਜ਼ਿਆਦਾ ਕਹਿੰਦੀ ਸਹੁਰੇ ਜਵਾਈ ਦੀ ਬਣਦੀ ਹੈ। ਮੈਂ ਕਿਹਾ ਵਾਸਤਵ ਵਿੱਚ ਬਹੁ ਗਿਣਤੀ ਨੂੰਹ ਨੇ ਸੱਸ ਦੇ ਕੋਲ ਆਣ ਕੇ ਰਹਿਣਾ, ਸਹੁਰੇ ਜਵਾਈ ਕਿੰਨੇ ਕੁ ਰਹਿੰਦੇ ਆ? ਹਜ਼ਾਰਾਂ ਪਿੱਛੇ ਇੱਕ ਕੇਸ ਹੁੰਦਾ ਜਿੱਥੇ ਕੋਈ ਜਵਾਈ ਆਪਣੇ ਸਹੁਰਿਆਂ ਘਰ ਰਹਿੰਦਾ ਹੈ। ਵਾਹ ਤੇ ਪੈਣਾ ਨੂੰਹ ਦਾ ਸੱਸ ਨਾਲ। ਤੁਸੀਂ ਮਾਰੋ ਧਿਆਨ, ਤੁਸੀਂ ਜਿੰਨੇ ਵੀ ਸਰੋਤੇ ਆਪਣੇ ਘਰਾਂ 'ਚ ਬੈਠੇ ਸੁਣ ਰਹੇ ਜੋ, ਤੁਸੀਂ ਆਪਣੀ ਜ਼ਿੰਦਗੀ 'ਚ ਕਿੰਨੇ ਜਵਾਈ ਵੇਖੇ ਜਿਹੜੇ ਸਹੁਰਿਆਂ ਘਰ ਪੱਕੇ ਰਹਿੰਦੇ ਨੇ, ਪਰ ਨੂੰਹ ਨੇ ਤੇ ਬੇਟੀ ਨੇ ਤੇ ਆਪਣੇ ਸਹੁਰਿਆਂ ਘਰ ਜਾਣਾ ਹੈ, ਤਾਂ ਜਦ ਦੀ ਗੱਲ ਵੀ ਉਹਨਾਂ ਦੀ ਕੀਤੀ ਜਾਏਗੀ। ਭਾਵੇਂ ਮੈਂ ਕਹਿੰਦਾ ਸਹੁਰੇ ਜਵਾਈ ਦੀ ਵੀ ਬਣਨੀ ਚਾਹੀਦੀ ਹੈ, ਮੈਂ ਉਸ ਗੱਲ ਨਾਲ ਵੀ ਸਹਿਮਤ ਹਾਂ, ਪਰ ਮੇਨ ਜੜ੍ਹ ਤੇ ਫੜੀ ਆਪਾਂ, ਜੜ੍ਹ ਹੈ ਕਿੱਥੇ ਆ? ਉੱਥੇ ਗੱਲ ਦੋਵਾਂ ਵਾਸਤੇ ਕਾਮਨ ਆ ਵੀ ਜੇ ਇੱਕ ਲੜਕੀ ਦੇ ਕੋਲੋਂ ਅਸੀਂ ਉਮੀਦ ਲਾਉਂਦੇ ਹਾਂ ਵੀ ਉਹ ਮੇਰੀ ਮੰਮੀ ਦਾ ਸਤਿਕਾਰ ਕਰੇ, ਤੇ ਜਿਹੜਾ ਉਹਦਾ ਮਾਂ ਬਾਪ ਹੈ ਉਹਦਾ ਸਤਿਕਾਰ ਵੀ ਉਹਦੇ ਹਸਬੈਂਡ ਨੂੰ ਚਾਹੀਦਾ ਪੂਰਨ ਤੌਰ 'ਤੇ ਕਰੇ। ਉਹਨਾਂ ਰਿਸ਼ਤਿਆਂ ਦਾ ਵੀ ਕਦਰ ਸਤਿਕਾਰ ਬਰਾਬਰ ਕਰੇਗਾ ਤੇ ਗ੍ਰਸਤ ਦੀ ਗੱਡੀ ਬਹੁਤ ਵਧੀਆ ਚੱਲੇਗੀ। ਨਹੀਂ ਤੇ ਧੱਕੇ ਲਾਉਣੇ ਪੈਣਗੇ, ਨਹੀਂ ਤੇ ਘਟਨਾਵਾਂ ਵਾਪਰਨੀਆਂ ਸੁਭਾਵਿਕ ਨੇ। ਫਿਰ ਉਹ ਇੱਦਾਂ ਕਹਿੰਦੇ ਨੇ ਮੈਂ ਤੇ ਬੜਾ ਪਛਤਾ ਰਿਹਾ, ਤੂੰ ਨਾ ਪਛਤਾਈ। ਇੱਦਾਂ ਦੇ ਲਫ਼ਜ਼ ਜਿਹੜੇ ਬੋਲੇ ਜਾ ਰਹੇ ਨੇ। ਤਾਂ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ, ਹੁਣ ਧਿਆਨ ਨਾਲ ਸੁਣਿਓ ਇਸ ਗੱਲ ਨੂੰ। ਜਿਹੜੀ ਗੱਲ ਇੱਥੇ ਕੀਤੀ, ਹੁਣ ਸੱਸ ਦੀ ਗੱਲ ਆਪਾਂ ਕਰ ਰਹੇ ਹਾਂ। ਹੁਣ ਕੱਲ੍ਹ ਨੂੰ ਕੋਈ ਕਹਿ ਸਕਦਾ ਹੈ, ਜਿਵੇਂ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਨਾ, ਬਾਣੀ ਨੂੰ ਧਿਆਨ ਨਾਲ, ਮਾਝ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਇਹ ਗੱਲ ਕਹਿੰਦੇ ਆ। ਮਾਝ ਕੀ ਵਾਰ ਵਿੱਚ ਕਹਿਹਾਂ ਕੰਚਨ ਟੁੱਟੇ ਸਾਰ, ਕਹਿੰਦਾ ਭਾਂਡਾ ਕੰਚਨ ਸੋਨਾ ਤੇ ਸਾਰ ਮੈਨੂੰ ਲੋਹਾ। ਕਹਿਹਾਂ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ। ਜਦੋਂ ਇਹ ਤਿੰਨੇ ਚੀਜ਼ਾਂ ਟੁੱਟ ਜਾਂਦੀਆਂ, ਸੋਨਾ ਟੁੱਟ ਜਾਏ, ਲੋਹਾ ਟੁੱਟ ਜਾਏ, ਕਿਤੇ ਕਹਿੰਦਾ ਭਾਂਡਾ ਟੁੱਟ ਜਾਏ, ਇਹਨਾਂ ਤਿੰਨਾਂ ਨੂੰ ਅੱਗ ਦੁਆਰਾ ਜੋੜਿਆ ਜਾਂਦਾ। ਤਿੰਨਾਂ ਨੂੰ ਜੋੜਨ ਵਾਲਿਆਂ ਦੇ ਨਾਮ ਵੱਖਰੇ ਵੱਖਰੇ ਆ। ਸੁਨਿਆਰਾ, ਜਿਹੜਾ ਸੋਨੇ ਨੂੰ ਜੋੜਦਾ ਉਹਨੂੰ ਸੁਨਿਆਰਾ ਕਹਿੰਦੇ ਆ, ਜਿਹੜਾ ਲੋਹੇ ਨੂੰ ਜੋੜਦਾ ਉਹਨੂੰ ਲੋਹਾਰ ਕਹਿੰਦੇ ਆ, ਜਿਹੜਾ ਅੱਗ ਦੇ ਉੱਤੇ ਰੱਖ ਕੇ ਕਹਿੰਦੇ ਭਾਂਡੇ ਨੂੰ ਟੰਕਾ ਲਾਉਂਦਾ ਹੈ, ਜੋੜ ਦਿੰਦਾ ਹੈ, ਉਹਨੂੰ ਠਠਿਆਰ ਕਹਿੰਦੇ ਆ। ਪਰ ਇੱਥੇ ਸ਼ਬਦ ਵਰਤਿਆ ਲੋਹਾਰ। ਹੁਣ ਸੁਨਿਆਰੇ ਦੇ ਕੰਮ ਕਰਨ ਵਾਲੇ ਲੋਹਾਰ ਕਿਸੇ ਨੇ ਵੀ ਨਹੀਂ ਆਖਿਆ, ਪਰ ਇਹ ਕਾਵ ਰੂਪ 'ਚ ਬਾਣੀ ਹੈ, ਕਵਿਤਾ ਰੂਪ 'ਚ ਹੈ, ਇਸ ਕਰਕੇ ਇੱਥੇ ਕਾਮਨ ਸ਼ਬਦ ਵਰਤਾ ਸਾਂਝਾ ਲੋਹਾਰ। ਲੋਹਾਰ ਮੀਨ ਕਾਰੀਗਰ। ਇਹਦੇ ਅੱਗੇ ਸ਼ਬਦ ਵਰਤਤਾ ਗੋਰੀ ਸੇਤੀ ਟੁੱਟੇ ਭਤਾਰ। ਜੇ ਕਿਤੇ ਹਸਬੈਂਡ ਵਾਈਫ ਦੀ ਆਪਸ 'ਚ ਅਣਬਣ ਹੋ ਗਈ ਤੇ ਪੁੱਤੀ ਗੰਢ ਪਵੇ ਸੰਸਾਰ। ਹੁਣ ਮੰਨ ਲਓ ਕੱਲ੍ਹ ਨੂੰ ਕਿਸੇ ਘਰ ਪੁੱਤ ਨਾ ਹੋਵੇ ਤੇ ਹਸਬੈਂਡ ਵਾਈਫ ਦੀ ਅਣਬਣ ਹੋ ਗਈ ਹੈ, ਤਲਾਕ ਤੱਕ ਨੌਬਤ ਆ ਗਈ ਹੈ, ਤੇ ਜਿਨ੍ਹਾਂ ਘਰ ਪੁੱਤ ਹੈਗੇ ਪੁੱਤਾਂ ਦੁਆਰਾ ਗੰਢ ਪੈ ਗਈ, ਜਿਨ੍ਹਾਂ ਘਰ ਪੁੱਤ ਨਹੀਂ ਹੋਣਗੇ ਧੀਆਂ ਹੈਗੀਆਂ ਉਹਨਾਂ ਦੀ ਧੀ ਦੁਆਰਾ ਗੰਢ ਪੈ ਜੂ। ਪੁੱਤ ਮੈਨੂੰ ਔਲਾਦ, ਤੇ ਜਿਨ੍ਹਾਂ ਘਰ ਧੀ ਪੁੱਤ ਹੈ ਹੀ ਨਹੀਂ ਉਹਨਾਂ ਦੀ ਫਿਰ ਗੱਲ ਆਊਗੀ ਪਰਿਵਾਰ ਦੁਆਰਾ ਗੰਢ ਪੈ ਗਈ। ਯਾਨੀ ਕਿ ਪੁੱਤੀ ਮੈਨੂੰ ਪਰਿਵਾਰ ਦੇ ਜੀ, ਕੋਈ ਵੀ ਹੋ ਸਕਦਾ ਉਹ।
ਇਹ ਕੋਈ ਕਾਮਨ ਸ਼ਬਦ ਨਾ, ਜਿਵੇਂ ਉੱਤੇ ਲੋਹਾਰ ਸ਼ਬਦ ਵਰਤਾ ਕਾਮਨ ਸਾਂਝਾ, ਇੱਦਾਂ ਹੀ ਜਦੋਂ ਸੱਸੁੜ ਸੁਹੀਆ ਕਿਵੇਂ ਕਰੀ, ਜਦੋਂ ਆਪਾਂ ਫਿਜ਼ੀਕਲ ਸਰੀਰਕ ਤੌਰ 'ਤੇ ਵੇਖਾਂਗੇ ਉਦੋਂ ਉਸਦਾ ਕਈ ਕਹਿਣ ਵੀ ਜੀ ਸਾਡੀ ਕਿਹੜੀ ਸੱਸ ਹੈਗੀ ਹੈ, ਬਾਣੀ ਸਾਡੇ 'ਤੇ ਢੁਕਦੀ ਨਹੀਂ। ਪਰ ਬਾਣੀ ਦਾ ਉਪਦੇਸ਼ ਸਾਰਿਆਂ ਲਈ ਹੈ। ਪਰ ਜਿਹੜੀ ਸੱਸ ਬਾਣੀ 'ਚ ਪੇਸ਼ ਕੀਤੀ ਹੈ ਨਾ, ਜਿਹੜੇ ਪੋਜ਼ਿਟਿਵ ਅਰਥਾਂ 'ਚ ਆਈ ਹੈ, ਉਹ ਕਿਹੜੀ ਹੈ? ਜਿਹਦੇ ਅੱਗੇ ਝੁਕਣ ਨੂੰ ਜੀ ਨਹੀਂ ਕਰਦਾ, ਉਹ ਕਿਹੜੀ ਹੈ ਭਲਾ? ਉਹ ਹੈਗੀ ਆ ਮਾਤਾ ਮਤ ਪਿਤਾ ਸੰਤੋਖ, ਸੱਤ ਭਾਈ ਕਰ ਏਵ ਸਿੱਖ, ਕਹਿਣਾ ਹੈ ਕਿਛ ਕਹਿ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ, ਸ਼ਰਮ ਸੁਰਤ ਦੋਏ ਸਸੁਰ ਪਏ। ਉਦਮ ਨੂੰ ਸਹੁਰਾ ਆਖਿਆ ਬਾਣੀ 'ਚ, ਤੇ ਉੱਚੀ ਸੁਰਤ ਨੂੰ ਸੱਸ ਆਖਿਆ। ਹੁਣ ਉੱਚੀ ਸੁਰਤ ਰੂਪੀ ਸੱਸ ਅੱਗੇ ਝੁਕਣ ਨੂੰ ਜੀ ਨਹੀਂ ਕਰਦਾ। ਉੱਚੀ ਸੁਰਤ ਕਾਹਦੇ ਨਾਲ ਬਣਨੀ ਸੀ? ਸ਼ਬਦ ਦੀ ਵਿਚਾਰ ਕੀਤਿਆਂ, ਤੇ ਸ਼ਬਦ ਦੀ ਵਿਚਾਰ ਨਾਲ ਜਿਹੜੀ ਉੱਚੀ ਸੁਰਤ ਆ, ਉਹਦੇ ਅੱਗੇ ਝੁਕਣ ਨੂੰ ਮੇਰਾ ਜੀ ਨਹੀਂ ਕਰਦਾ। ਕਿਉਂ? ਕਿਉਂਕਿ ਮੇਰਾ ਜੋਬਨ, ਮੇਰਾ ਹੰਕਾਰ ਉਸ ਉੱਚੀ ਸੁਰਤ, ਜਿਹੜੀ ਸੁਰਤ ਘੜੀ ਹੋਈ ਆ, ਉਹਦੇ ਅੱਗੇ ਨਿਵਣ ਨੂੰ ਦਿਲ ਮੇਰਾ ਨਹੀਂ ਕਰਦਾ। ਹੁਣ ਇਸ ਗੱਲ ਕੋਈ ਸਮਝ ਆਈ ਪਿਆਰਿਓ? ਉਸ ਜਿਹੜੇ ਨਹੀਂ ਵਿਆਹੇ, ਹੁਣ ਜਿਹੜੇ ਕੱਲ੍ਹ ਨੂੰ ਜਿਹੜੇ ਬਾਬੇ ਡੇਰਿਆਂ 'ਚ ਬੈਠੇ ਹੋ ਕਹਿਣਗੇ ਸਾਡੀ ਤਾਂ ਸੱਸ ਹੈ ਹੀ ਨਹੀਂ, ਸਾਡੇ ਤਾਂ ਸ਼ਬਦ ਟੁਕਦਾ ਹੀ ਨਹੀਂ। ਜਾਂ ਜਿਹੜੇ ਕੁਆਰੇ ਨੇ, ਜਾਂ ਜਿਨ੍ਹਾਂ ਦੀਆਂ ਸੱਸਾਂ ਚੜ੍ਹਾਈ ਕਰ ਚੁੱਕੀਆਂ ਨੇ, ਉਹ ਬੀਬੀਆਂ ਵੀ ਕਹਿਣਗੀਆਂ ਮੇਰੀ ਤਾਂ ਸੱਸ ਹੀ ਹੈ ਨਹੀਂ, ਮੇਰੇ ਤਾਂ ਸ਼ਬਦ ਲੱਗਾ ਹੀ ਨਾ। ਜਾਂ ਜਿਹੜਾ ਮਰਦ ਹੈ ਉਹਦੀ ਸੱਸ ਹੈ ਨਹੀਂ, ਉਹ ਕਹੇਗਾ ਮੇਰੇ ਤੇ ਸ਼ਬਦ ਲੱਗਦਾ ਹੀ ਨਹੀਂ। ਪਰ ਜਿਹੜੀ ਸੱਸ ਦੀ ਗੱਲ ਭਾਵ ਅਰਥਾਂ 'ਚ ਆਪਾਂ ਲੈਣੀ ਹੈ, ਉਹ ਸੱਸ ਸਾਰਿਆਂ ਕੋਲ ਹੈਗੀ ਹੈ। ਸ਼ਬਦ ਦੁਆਰਾ ਘੜੀ ਹੋਈ ਉੱਚੀ ਸੋਚ, ਉੱਚੀ ਸੁਰਤ, ਉਹਦੇ ਅੱਗੇ ਜਦੋਂ ਇਹ ਮਨ ਝੁਕੇਗਾ, ਮਨ ਉਹਦੀ ਗੋਦ 'ਚ ਪੜੇਗਾ, ਜ਼ਿੰਦਗੀ ਖੂਬਸੂਰਤ ਬਣ ਜਾਏਗੀ। ਪਰ ਜੋਬਨ ਨਹੀਂ ਝੁਕਣ ਦਿੰਦਾ, ਜਵਾਨੀ ਹੰਕਾਰ ਨਹੀਂ ਝੁਕਣ ਦਾ। ਤੋ ਗੱਲ ਇੱਥੇ ਗੱਲ ਕਲੀਅਰ ਹੋ ਗਈ ਵੀ ਸੱਸੁੜ ਸੁਹੀਆ ਕਿਵ ਕਰੀ ਨਿਵਣ ਨਾ ਜਾਏ, ਥਣੀ ਥਣੀ ਮੀਨਿੰਗ ਹੈ ਜੋਬਨ, ਜਵਾਨੀ। ਮੇਰੀ ਜਵਾਨੀ ਮੈਨੂੰ ਝੁਕਣ ਨਹੀਂ ਦਿੰਦੀ, ਨਾ ਝੁਕਣ ਦਿੰਦੀ ਹੈ ਸਰੀਰਕ ਰਿਸ਼ਤਿਆਂ ਦੇ ਅੱਗੇ, ਜਿਹੜੇ ਫਿਜ਼ੀਕਲ ਸਰੀਰ ਦੇ ਰਿਸ਼ਤੇ ਨੇ। ਤੇ ਜਦੋਂ ਗੁਣਾ ਅੱਗੇ ਨਹੀਂ ਝੁਕੀ, ਉੱਚੀ ਸੁਰਤ ਅੱਗੇ ਨਹੀਂ ਝੁਕੀ, ਤੇ ਸਰੀਰ ਦੇ ਰਿਸ਼ਤਿਆਂ ਅੱਗੇ ਕਿੱਥੋਂ ਝੁਕਣਾ ਸੀ? ਤੇ ਕਈ ਵਾਰੀ ਨਾ ਪਰਿਵਾਰਾਂ 'ਚ ਝੁਕਣ ਨਾਲ ਵੀ ਰਿਸ਼ਤੇ ਵੱਜ ਜਾਂਦੇ ਆ। ਧਿਆਨ ਨਾਲ ਸੁਣਿਓ। ਕਈ ਵਾਰੀ ਪਤਾ ਵੀ ਹੁੰਦਾ, ਸਾਂਝਿਆਂ ਪਰਿਵਾਰਾਂ 'ਚ ਨਾ ਪਤਾ ਵੀ ਹੁੰਦਾ ਵੀ ਦਰਾਣੀ ਨੂੰ ਜਠਾਣੀ ਨੂੰ ਵੀ ਇੱਥੇ ਮੇਰੀ ਗਲਤੀ ਨਹੀਂ ਹੈਗੀ, ਵੱਡੇ ਭਰਾ ਨੂੰ ਛੋਟੇ ਭਰਾ ਨੂੰ ਪਤਾ ਵੀ ਹੁੰਦਾ ਵੀ ਇੱਥੇ ਮੇਰੀ ਗਲਤੀ ਨਹੀਂ, ਪਰ ਉਹ ਸਿਆਣਾ ਬਣ ਕੇ ਝੁਕ ਜਾਂਦਾ ਵੀ ਰਿਸ਼ਤਾ ਪਰਿਵਾਰ ਬਚਿਆ ਰਹੇ। ਤੁਰੇ ਜਾਂਦੇ ਹਾਂ ਇਕੱਠੇ ਆਪਾਂ, ਆਕੜ ਨਾਲ ਟੁੱਟ ਜਾਂਦੇ ਨੇ ਪਰਿਵਾਰ, ਤਲਾਕ ਤੱਕ ਨੌਬਤਾਂ ਆ ਜਾਂਦੀਆਂ ਨੇ। ਤੋ ਇਹ ਸ਼ਬਦ ਦਾ ਸਾਰੰਸ, ਇਸ ਸ਼ਲੋਕ ਦਾ ਸਾਰੰਸ ਹੈ, ਹੇ ਮੇਰੀਏ ਭੈਣੇ ਨਾ ਕਰ ਹੰਕਾਰ ਆਪਣੇ ਜੋਬਨ ਦਾ। ਇਹ ਜੋਬਨ ਤਾਂ ਕੱਖਾਂ ਦੀ ਅੱਗ ਵਰਗਾ ਹੈ, ਇਹ ਤਾਂ ਬਦਲਾ ਦੇ ਪਰਛਾਵੇਂ ਵਰਗਾ ਹੈ, ਇਹ ਤਾਂ ਹੜ੍ਹ ਦੇ ਜਲ ਵਰਗਾ ਹੈ, ਇਹ ਤਾਂ ਖਤਮ ਹੋ ਜਾਣਾ ਹੈ। ਇਸ ਕਰਕੇ ਸੇਪ ਹੀ ਟੈਂਦੇ ਗੱਚ 'ਚ ਲੱਗਾ ਗਿੜਵੜੀ, ਸਖੀਏ ਧੌ ਲਰੀ। ਮੈਂ ਇੱਥੇ ਉਹ ਮਹੱਲ ਜਿਹੜੇ ਪਹਾੜਾਂ ਵਰਗੇ ਪੱਕੇ ਸੀ ਉਹ ਡਿੱਗਦੇ ਵੇਖੇ, ਸੇਪ ਹੀ ਟੈਂਦੇ ਡਿੱਠ ਮੈਂ, ਮੁੰਦ ਨਾ ਗਰਭ ਥਣੀ। ਹੇ ਮੇਰੀਏ ਭੈਣੇ ਨਾ ਕਰ ਹੰਕਾਰ, ਹੇ ਮੁੰਦ, ਹੇ ਭੋਲੀਏ ਜਵਾਨ ਲੜਕੀਏ ਕੁੜੀਏ, ਨਾ ਹੰਕਾਰ ਕਰ। ਇਸ ਹੰਕਾਰ ਨੇ ਤੇਰੀ ਜ਼ਿੰਦਗੀ ਤਬਾਹ ਕਰ ਦੇਣੀ ਹੈ। ਤੇ ਭਗਤ ਕਬੀਰ ਜੀ ਨੇ ਆਖਿਆ ਕਹਾ ਨਰ ਗਰਭ ਸਥੋਰੀ ਬਾਤ, ਕੀ ਛੋਟੀ ਜਿਹੀ ਗੱਲ 'ਤੇ ਹੰਕਾਰ ਕਰਕੇ ਬੈਠਾ ਹੈ। ਮਨ 10 ਨਾਜ ਟਕਾ ਚਰ ਗਾਂਠੀ, ਕੀ ਹੋਇਆ 4 ਮਣ ਦਾਣੇ ਤੇ 4 ਟਕੇ ਤੇਰੇ ਫੱਲੇ ਨੇ, ਐਂਡੋ ਟੇਡੋ ਜਾਤ, ਤੇਰੀ ਤੋਰੀ ਬਦਲ ਗਈ। ਬਹੁਤ ਪ੍ਰਤਾਪ ਗਾਉਂ ਸੋ ਪਾਏ, ਕੀ ਹੋ ਗਿਆ ਤੇਰੇ ਕੋਲ? ਕੁਝ ਪਿੰਡਾਂ ਦਾ ਮਾਮਲਾ ਆਉਂਦਾ 2 ਲੱਖ ਟਕਾ ਬਰਾਤ, ਦਿਵਸ ਚਾਰ ਕੀ ਕਰੋ ਸਾਹਿਬੀ। ਜਿਵੇਂ ਤ੍ਰਿਣ ਕੀ ਅਗਨ ਮੇਹ ਕੀ ਸ਼ਾਇਦ ਇੱਥੇ ਕਹਿੰਦਾ ਦਿਵਸ ਚਾਰ ਕੀ ਕਰੋ ਸਾਹਿਬੀ, 4 ਦਿਨਾਂ ਦੀ ਸਾਹਿਬੀ ਹੈ। ਜੈਸੇ ਬਨਹਰ ਪਾਤ, ਬਨਹਰ ਪਾਤ ਸ਼ਬਦ ਕਿਉਂ ਵਰਤਿਆ? ਬਨ ਮੀਨਿੰਗ ਜੰਗਲ ਹੈ, ਪਾਤ ਮੀਨਿੰਗ ਪੱਤੇ ਹੈ। ਦਰਖਤ ਤਾਂ ਘਰਾਂ 'ਚ ਵੀ ਹੁੰਦੇ ਆ, ਪਰ ਇੱਥੇ ਘਰ ਵਾਲੇ ਦਰਖਤਾਂ ਦਾ, ਜਿਹੜੇ ਸ਼ਹਿਰ ਵਿੱਚ ਦਰਖਤ ਉੱਗੇ ਆ, ਪਿੰਡਾਂ ਵਿੱਚ ਦਰਖਤ ਉੱਗੇ, ਉਹਨਾਂ ਦਾ ਨਾਂ ਕਿਉਂ ਨਹੀਂ ਲਿਆ? ਜੈਸੇ ਬਨਹਰ ਪਾਤ, ਬਨ ਮੀਨਿੰਗ ਜੰਗਲ, ਜੰਗਲ ਦੇ ਪੱਤੇ ਦਰਖਤਾਂ ਦਾ ਨਾਂ ਕਿਉਂ ਲਿਆ? ਕਿਉਂਕਿ ਇੱਕ ਫਰਕ ਹੈ। ਜਿਹੜਾ ਤੁਹਾਡੇ ਘਰ ਦਰਖਤ ਉੱਗਿਆ ਹੈ, ਜਿਹੜਾ ਤੁਹਾਡੇ ਪਿੰਡ 'ਚ ਦਰਖਤ ਉੱਗਿਆ ਹੈ, ਤੁਹਾਡੇ ਸ਼ਹਿਰ 'ਚ ਦਰਖਤ ਉੱਗਿਆ ਹੈ, ਤੁਹਾਡੀ ਨਿਗਰਾਨੀ 'ਚ ਦਰਖਤ ਹੈ, ਜਿਹੜੀ ਉਹਦੀ ਟਾਹਣੀ ਪੱਤਾ ਟੁੱਟਣਾ ਹੈ ਨਾ, ਜਦੋਂ ਸੁੱਕਣਾ ਹੈ ਨਾ, ਉਹ ਕਿਸੇ ਦੇ ਰੋਟੀ ਪਕਾਉਣ ਦੇ ਕੰਮ ਆ ਜਾਣਾ ਹੈ। ਪਰ ਜਿਹੜਾ ਜੰਗਲ ਹੈ ਨਾ, ਉਹਦੇ 'ਚ ਜਦੋਂ ਪੱਤੇ ਦਰਖਤ ਟੁੱਟਦੇ ਆ ਨਾ, ਉੱਥੇ ਲੋਕ ਜਾਣ ਤੋਂ ਡਰਦੇ ਆ। ਉਹ ਪੱਤੇ ਦਰਖਤ ਜਦੋਂ ਜ਼ਮੀਨ 'ਤੇ ਟੁੱਟ ਕੇ ਡਿੱਗਦੇ ਆ, ਉਹ ਕਿਸੇ ਦੇ ਰੋਟੀ ਪਕਾਉਣ ਦੇ ਕੰਮ ਨਹੀਂ ਆਉਂਦੇ, ਪੈ ਹੀ ਉੱਥੇ ਸੜ ਜਾਂਦੇ ਨੇ। ਤੂੰ ਕਾਹਦਾ ਮਾਣ ਕਰਦਾ? ਜੈਸੇ ਬਹੁਤ ਬਰੀਕੀ ਨਾਲ ਸਤਿਗੁਰ ਨੇ ਬਾਣੀ ਉਚਾਰਨ ਕੀਤੀ ਹੈ। ਜੈਸੇ ਬਨਹਰ ਪਾਤ, ਨਾ ਕੋ ਲੈ ਆਇਓ ਇਹ ਧਨ, ਨਾ ਕੋ ਲੈ ਜਾਤ। ਕਿਹੜੇ ਪੈਸੇ ਦਾ ਕੇਸ, ਕਿਹੜੀ ਚੀਜ਼ ਦਾ? ਨਾ ਜਵਾਨੀ ਹੈ ਨਾ ਪੈਸਾ ਹੈ, ਕਾਹਦਾ ਮਾਣ? ਨਾ ਕੋ ਲੈ ਆਇਓ ਇਹ ਧਨ, ਨਾ ਕੋ ਲੈ ਜਾਤ। ਰਾਵਣ ਹੂੰ ਤੇ ਅਧਿਕ ਛਤਰਪਤ, ਰਾਵਣ ਨਾਲੋਂ ਵੀ ਵੱਡੇ ਵੱਡੇ ਖਿਨ ਮੇ ਗਏ ਬਿਲਾਤ। ਤੋ ਇਸੇ ਨੂੰ ਪ੍ਰਛਾਵਾਂ ਵੀ ਕਿਹਾ। ਰਾਜ ਮਾਲ ਜੋਬਨ ਸਭ ਸ਼ਾਮ, ਰਾਜ ਭਾਗ, ਮਾਲ ਸੰਪਤੀ, ਜੋਬਨ ਜਵਾਨੀ।
ਰਾਜ ਮਾਲ ਜੋਬਨ ਸਭ ਸ਼ਾਮ, ਰਥ ਫਿਰੰਦੇ ਦੀਸੇ ਥਾਂ। ਰਥ ਮੀਨਿੰਗ ਸੂਰਜ। ਜਦੋਂ ਸੂਰਜ ਘੁੰਮਦਾ, ਤੁਸੀਂ ਵੇਖੋ ਜਦੋਂ ਆਪਾਂ ਕਈ ਲੋਕ ਛਾਵਾਂ ਪਿੱਛੇ, ਦਰਖਤਾਂ ਦੀਆਂ ਛਾਵਾਂ ਪਿੱਛੇ ਵੀ ਲੜੇ। ਇੱਥੇ ਮੇਰੇ ਪਸ਼ੂ ਵੱਜਣਗੇ, ਜਦੋਂ ਬੋੜ ਵੱਡੇ ਹੁੰਦੇ ਸੀ ਪਿੰਡਾਂ ਵਿੱਚ, ਸਾਂਝੇ ਪਸ਼ੂ ਵੱਜਣੇ, ਡੰਗਰ ਵੱਜਣੇ, ਬੇੜ ਵੱਟਣੇ, ਲੋਕ ਛਾਵਾਂ ਪਿੱਛੇ ਵੀ ਲੜ ਪੈਂਦੇ ਸੀ, ਇੱਥੇ ਮੇਰੇ ਪਸ਼ੂ ਵੱਜਣਗੇ, ਇੱਥੇ ਮੈਂ ਮੰਜਾ ਡਾਉਣਾ ਹੈ। ਤੇ ਸਿਆਣੇ ਕਹਿਣਾ, ਉਹ ਕਮਲਿਓ ਆ ਛਾਂ ਪਿੱਛੇ ਲੜਦੇ ਜੇ, ਆ 10 ਮਿੰਟਾਂ ਬਾਅਦ ਅੱਧੇ ਘੰਟੇ ਬਾਅਦ ਜਿੱਥੇ ਛਾਂ, ਇੱਥੇ ਧੁੱਪ, ਜਿੱਥੇ ਧੁੱਪ ਉੱਥੇ ਛਾਂ ਆ ਜਾਣੀ ਹੈ। ਕਿਉਂਕਿ ਜਿਉਂ-ਜਿਉਂ ਹੀ ਸੂਰਜ ਘੁੰਮਣਾ ਹੈ, ਵਾਸਤਵ ਵਿੱਚ ਘੁੰਮਦੀ ਧਰਤੀ ਹੈ, ਪਰ ਆਪਾਂ ਆਪਣੀ ਬੋਲੀ 'ਚ ਕਈ ਵਾਰੀ ਸੂਰਜ ਘੁੰਮਣਾ ਕਹਿ ਦਿੰਦੇ, ਜਦੋਂ ਸੂਰਜ ਫਿਰੇਗਾ। ਰੱਥ ਫਿਰੰਦੇ ਦੀਸੇ ਥਾਂ, ਜਿਉਂ ਹੀ ਸੂਰਜ ਦੂਜੇ ਬੰਨੇ ਜਾਣਾ, ਜਿੱਥੇ ਸ਼ਾਮ ਆ ਉੱਥੇ ਧੁੱਪ ਆ ਜਾਣੀ, ਜਿੱਥੇ ਧੁੱਪ ਉੱਥੇ ਛਾਂ ਨਹੀਂ ਹੈ। ਇੱਦਾਂ ਹੀ ਰਾਜ ਮਾਲ ਜੋਬਨ ਸਭ ਸ਼ਾਮ, ਇਹ ਅਸਲੀਅਤ ਨਹੀਂ ਆ, ਪਰ ਅਸਲੀਅਤ ਦਾ ਪਰਛਾਵਾਂ ਵਾ। ਅਸੀਂ ਪਰਛਾਵਿਆਂ ਪਿੱਛੇ ਲੜ ਰਹੇ ਹਾਂ, ਜਵਾਨੀ ਪਿੱਛੇ, ਮਾਲ ਸੰਪਤੀ ਪਿੱਛੇ, ਰਾਜ ਭਾਗ ਪਿੱਛੇ। ਰੱਥ ਫਿਰੰਦੇ ਦੀਸੇ ਥਾਂ। ਤੋ ਪਿਆਰਿਓ, ਗੁਰੂ ਦਾ ਪਿਆਰਾ ਉਪਦੇਸ਼, ਇਸ ਸ਼ਲੋਕ ਦਾ ਜਿਹੜਾ ਸਾਰੰਸ਼ ਇਹੋ ਹੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ 2 ਜੀਵ ਇਸਤਰੀਆਂ ਨੂੰ ਇੱਦਾਂ ਪਾਤਰ ਬਣਾ ਕੇ ਗੱਲ ਕੀਤੀ ਹੈ। ਇੱਕ ਜੀਵ ਇਸਤਰੀ ਆਪਣੀ ਸਹੇਲੀ ਨੂੰ ਕਹਿੰਦੀ ਹੈ, ਉੱਚੇ ਲੰਬੇ ਕੱਦ ਵਾਲੀ, ਜੋਬਨ ਭਰੀ, ਕਹਿੰਦੀ ਆ, ਮੈਂ ਕਿੱਦਾਂ ਆਪਣੀ ਸੱਸ ਅੱਗੇ ਝੁਕਾਵਾਂ ਸਿਰ, ਮੇਰਾ ਜੋਬਨ, ਮੇਰੀ ਜਵਾਨੀ ਮੈਨੂੰ ਝੁਕਣ ਨਹੀਂ ਦਿੰਦੀ। ਉਹ ਕਹਿੰਦੀ, ਨਾ ਹੰਕਾਰ ਕਰ। ਇੱਥੇ ਵੱਡੇ ਵੱਡੇ ਮਹੱਲ, ਜਿਹੜੇ ਪਹਾੜਾਂ ਵਰਗੇ ਮਹੱਲ, ਜਿਹੜੇ ਅਸਮਾਨ ਨੂੰ ਛੂੰਹਦੇ ਸੀ, ਮੈਂ ਤਾਂ ਉਹ ਵੀ ਡਿੱਗਦੇ ਵੇਖਿਆ। ਇਸ ਕਰਕੇ ਸੇਪੀ ਢਹਿੰਦੇ ਡਿੱਠ ਮੈਂ, ਮੁੰਦ ਨਾ ਗਰਭ ਥਣੀ। ਕਾਹਦਾ ਹੰਕਾਰ ਕਰਦੀ ਆਪਣੀ ਜਵਾਨੀ ਦਾ, ਇਹ ਜਿਹੜੀ ਸਤਾ ਨਹੀਂ ਰਹਿਣੀ। ਆਓ ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਆਰੰਭਤਾ ਹੋਈ ਹੈ। ਪਹਿਲੇ ਸ਼ਲੋਕ ਦੀ ਅੱਜ ਆਪਾਂ ਵਿਚਾਰ ਪਾਠ ਰਲ ਕੇ ਸਾਂਝਾ ਕੀਤਾ ਹੈ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸ਼ਲੋਕ ਵਿੱਚ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਓ ਪੜ੍ਹੀਏ, ਸਮਝੀਏ, ਵਿਚਾਰੀਏ। ਤੇ ਜਿਹੜਾ ਹੰਕਾਰ ਮਨੁੱਖ ਦੀ ਜ਼ਿੰਦਗੀ ਦੀ ਤਰੱਕੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ, ਇਹਨੂੰ ਆਪ ਹੀ ਹਉਮੈ ਦੀਰਘ ਰੋਗ ਹੈ। ਬੜਾ ਖਤਰਨਾਕ ਰੋਗ ਹੈ, ਪਰ ਲਾ ਇਲਾਜ ਨਹੀਂ ਹੈ। ਲਾ ਇਲਾਜ ਨਹੀਂ, ਇਲਾਜ ਹੈਗਾ ਹੈ। ਹਉਮੈ ਦੀਰਘ ਰੋਗ ਹੈ, ਪਰ ਨਾਲ ਕਹਿੰਦਾ ਦਾਰੂ ਪੀਏ ਸਮਾਹੇ। ਦਾਰੂ ਵੀ ਰੋਗ ਵੀ ਬੰਦੇ ਦੇ ਸੁਰਤ ਵਿੱਚ ਹੈ, ਬੋਡੀ 'ਚ ਹੈ, ਤੇ ਇਲਾਜ ਵੀ ਦਾ ਅੰਦਰ ਹੈ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਬਸ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਸਿੱਖਿਆ 'ਤੇ ਤੁਰ ਕੇ ਇਸ ਰੋਗ ਦਾ ਇਲਾਜ ਹੈਗਾ ਹੈ। ਆਓ ਗੁਰੂ ਬਖਸ਼ਿਸ਼ ਕਰੇ, ਗੁਰੂ ਦੀ ਬਾਣੀ ਪੜ੍ਹੀਏ, ਵਿਚਾਰੀਏ, ਸਮਝੀਏ, ਤੇ ਇਸ ਜਿਹੜੀ ਹਉਮੈ ਵਾਲੀ ਭਿਅੰਕਰ ਬਿਮਾਰੀ ਹੈ ਤੋਂ ਬਚ ਕੇ ਕੁਝ ਸਿੱਖਣ ਦਾ ਯਤਨ ਕਰੀਏ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।